जो मरी बिद होती मेरे सतगुरु साबिद तुम हर जानो आपे। हम रुलते फिरते कोई बात न पूछत, गुर सतगुर संग कीरे हम थापे। तन तन न गुरु नानक जन केरा, जित मिले चुके सब सोग संतापे। तन तन गुरु नानक जन केरा, मैं मूर्ख की केतक बात है। कोट पराधी तरे हारे, गुरु नानक जिन सुनया पेखिया, से फिर गर्भास न परिहारे। वाहिगुरु जी का खालसा, वाहिगुरु जी की फतेह। परम सत्कारयोग गुरु जी की साजी निवाजी गुरु रूप साध संगत, सतगुरां दी अपार किरपा दा सदका, सत संगत दा अमोलक समा चल रहा है। सतगुरां ने मेहर कीती है तुहाडे उद्यम नूं सफल करने वास्ते, कामयाब करने वास्ते गुरु महाराज ने प्रेरणा करके साध संगत की खिच पा के तख्त साहबां दे सिंह साहब, श्री हरमंदर साहब जी दे सिंह साहब, जिन्हों ने बहुत लम्मी सेवा एक रास बड़ी दूर दृष्टि दे नाल सिख जगत दी समूह समाज दी समूह सेवकां दी गुरमत मर्यादा विच रहिंदे होए सेवा निभाई निभा रहे हन। गुरमुख प्यारे जथेदार सिंह साहब जोगिंदर सिंह जी वेदांती, बड़ा उच्चा सुच्चा जीवन है क्योंकि दास नूं नेड़े होके देखण दा समा मिले, गल्लां बातां नाल नहीं, नेड़े होके देखिया उन्होंने। बड़ा साफ सुथरा जीवन विचर रहे ने, वो भी तुहाडे प्रेम विच वधे हुए दर्शन दीदार करके गए ने। गुरु दे बचन गुरमत दियां विचारां तुहाडे नाल साझियां कीतियां। जिन्ना समा होर हुण सतगुर बख्शदे ने, जो अपना सबजैक्ट है उद्यम बख्शे तुहानूं गुरगद्दी दिवस जी दे प्रथाए 4-5 दिन तो बेनतियां हो रही ने। शब्द गुरु शमेर पर्वत की चोटी ते सिद्धां दे सवालों का जवाब दे रहे ने। एडे वड्डे काम, एडी वड्डी सोच, रब दे दर्शनां दी इच्छा, गुरमुखां दी ढूंढ कोई छोटे काम नहीं हन। गुरमुख खोजत भये उदासी, बड़ा औखा है शब्द
ਆਪਾਂ ਧੀਆਂ ਭੈਣਾਂ ਦੇ ਰਿਸ਼ਤੇ ਕਰਦੇ ਹਾਂ। ਤਕਰੀਬਨ ਜਿਤਨੇ ਕੁ ਮੈਨੂੰ ਮਿਲੇ ਨੇ, ਇੱਕੋ ਗੱਲ ਕਹਿੰਦੇ ਆ ਕਿ ਚੰਗੇ ਰਿਸ਼ਤੇਦਾਰ ਲੱਭਣੇ ਔਖੇ ਹੋ ਗਏ। ਅੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਰਿਆਂ ਗ੍ਰਸਤੀਆਂ ਦੀ ਇਹੀ ਵਿਚਾਰ, ਚੰਗੇ ਬੰਦੇ ਲੱਭਣੇ ਔਖੇ ਹੋ ਗਏ। ਤੇ ਜਿਹਨੇ ਰੱਬ ਦੇ ਬੰਦੇ ਲੱਭਣੇ ਆ ਫਿਰ ਉਹਨੂੰ ਤਾਂ ਖਾਸੀ ਔਖੀ ਹੋਊਗੀ। ਜਿਹਨੇ ਗੁਰਮੁਖ ਲੱਭਣੇ, ਇੱਥੇ ਦੇ ਰਿਸ਼ਤੇਦਾਰ ਔਖੇ ਲੱਭਦੇ ਨੇ ਚੰਗੇ, ਰੱਬ ਦਾ ਰਿਸ਼ਤੇਦਾਰ ਵੀ ਕੋਈ ਸੁਖਾਲਾ ਨਹੀਂ ਲੱਭਣਾ, ਔਖਾ ਹੀ ਲੱਭੂਗਾ। ਪੰਡਤ ਚਾਣਕੀਆ ਮਹਾਰਾਜ, ਚਾਣਕੀਆ ਸ਼ਾਸਤਰ ਵਿੱਚ ਬਚਨ ਕਰਦੇ ਨੇ ਕਿ ਪਹਿਲਾਂ ਸੰਤ ਲੱਭਣਾ ਨਹੀਂ ਹੈ, ਨਹੀਂ ਲੱਭਣਾ। ਜੇ ਮਿਲ ਗਿਆ ਤਾਂ ਇੱਥੋਂ ਪਛਾਣ ਨਹੀਂ ਹੋਣਾ। ਜੇ ਤੂੰ ਪਛਾਣ ਵੀ ਲਿਆ ਨਾ, ਉਹਨੇ ਜੋ ਕੁਝ ਦੇਣਾ ਤੇ ਇੱਥੋਂ ਲੈ ਨਹੀਂ ਹੋਣਾ। ਅੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿੰਨਾ ਔਖਾ ਵਚਨ ਕੀਰਤ ਕੀਤਾ ਵਿਦਵਾਨ ਨੇ। ਪਹਿਲਾਂ ਲੱਭਣਾ ਹੀ ਨਹੀਂ, ਕਿਉਂਕਿ ਹੈਨ ਵਿਰਲੇ ਨਾਹੀਂ ਕਣੇ, ਫੈਲ ਫਕੜ ਸੰਸਾਰ। ਕਰੋੜਾਂ ਵਿੱਚੋਂ ਕੋਈ ਵਿਰਲਾ ਗੁਰਮੁਖ ਪਿਆ। ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ, ਨਰੈਣ ਨਰੈਣ ਕਹਿਣ ਵਾਲੇ ਤਾਂ ਕਰੋੜਾਂ ਮਿਲ ਜਾਣਗੇ, ਪਰ ਕਹੋ ਨਾਨਕ ਕੋਟਨ ਮੈਂ ਕੋ ਨਾਰਾਇਣ ਜੈ ਚੀਤ। ਜਿਹਦੇ ਹਿਰਦੇ ਨਰਾਇਣ ਵਸੇ, ਹਿਰਦੇ ਰਾਮ ਵਸੇ, ਹਿਰਦੇ ਵਾਹਿਗੁਰੂ ਵਸੇ, ਉਹ ਕਰੋੜਾਂ ਵਿੱਚੋਂ ਕੋਈ ਵਿਰਲਾ। ਪਹਿਲਾਂ ਲੱਭਣਾ ਨਹੀਂ। ਜਦੋਂ ਵੀ ਕੋਈ ਚੀਜ਼ ਦੀ ਛਾਂਟੀ ਕਰਨੀ ਆਪਾਂ ਨੇ, ਤੁਸੀਂ ਖਰੀਦਣ ਜਾਂਦੇ ਹੋ ਚੀਜ਼ਾਂ, ਕੱਪੜਿਆਂ ਦੀ ਦੁਕਾਨ ਤੇ ਜਾਓ, ਜੇ ਉਹ 15-20 ਥਾਨ ਤੁਹਾਡੇ ਸਾਹਮਣੇ ਗੇਰਤੇ ਨਾ, ਤੁਹਾਨੂੰ ਲੱਭਣਾ ਔਖਾ ਹੋ ਜਾਊਗਾ ਵੀ ਕਿਹੜਾ ਲੈਣਾ ਹੈ। ਅੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੰਨੀਆਂ ਚੀਜ਼ਾਂ ਜ਼ਿਆਦਾ ਸਾਹਮਣੇ ਆ ਜਾਣ, ਪਰਖ ਕਰਨੀ ਔਖੀ ਹੋ ਜਾਂਦੀ ਹੈ। ਹੁਣ ਰੱਬ ਦੇ ਪਿਆਰੇ ਨੂੰ ਕਰੋੜ ਵਿੱਚੋਂ ਲੱਭਣਾ ਇੱਕ ਔਖਾ ਕੰਮ, ਨਹੀਂ ਲੱਭਣਾ। ਲੱਭ ਗਿਆ ਤੇ ਪਰਖ ਨਹੀਂ ਹੋਣਾ, ਪਛਾਣ ਨਹੀਂ ਹੋਣਾ। ਚਲੋ ਰੱਬ ਦੇ ਪਿਆਰੇ ਦੀ ਤਾਂ ਛੱਡੋ ਗੱਲ, ਗੁਰੂ ਨਾਨਕ ਨੂੰ ਕਿਹੜਾ ਆਪਾਂ ਨੇ ਪਛਾਣ ਲਿਆ। ਅੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੀ ਗੁਰੂ ਗੋਬਿੰਦ ਸਿੰਘ ਨੂੰ ਪਛਾਣ ਲਿਆ? ਜੇ ਪਛਾਣ ਲੈਂਦੇ ਸਾਡਾ ਇਹ ਹਾਲ ਕਾਹਨੂੰ ਹੁੰਦਾ ਗੁਰਮੁਖ? ਅਸੀਂ ਕੁਰੈਤਾਂ ਵਿੱਚ ਕਾਹਨੂੰ ਪੈਂਦੇ? ਅਸੀਂ ਦੇਹਧਾਰੀਆਂ ਨੂੰ ਜਾ ਕੇ ਕਾਹਨੂੰ ਮੱਥੇ ਟੇਕਦੇ? ਮਨ ਮਤ ਕਿਉਂ ਸਾਡੇ ਵਿੱਚ ਆਉਂਦੀ? ਪਛਾਣਿਆ ਨਹੀਂ। ਜੇ ਕੋਈ ਪਛਾਣ ਵੀ ਲਵੇ ਨਾ, ਜੋ ਮਹਾਂਪੁਰਸ਼ਾਂ ਨੇ ਦਾਤ ਦੇਣੀ ਹੈ ਉਹ ਤੋਂ ਲੈਣੀ ਹੋਣੀ। ਇੱਕੋ ਦਾਤ ਮਹਾਂਪੁਰਸ਼ਾਂ ਤੋਂ ਮਿਲਣੀ ਆਪਾਂ ਨੂੰ, ਬਹੁਤੀਆਂ ਨਹੀਂ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਵਾਹਿਗੁਰੂ ਦਾ ਨਾਮ। ਬਾਕੀ ਤਾਂ ਚੀਜ਼ਾਂ ਮਿਲਦੀਆਂ ਰਹਿੰਦੀਆਂ, ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਗਾਹਾਂ ਲਈ ਤੋਕ ਔਖੀ ਹੈ। ਹੁਣ ਮਿਲਦਾ ਤਾਂ ਸਾਧੂਆਂ ਤੋਂ ਹੈ। ਵਾਹਿਗੁਰੂ ਦਾ ਨਾਮ ਸੰਤ ਜਪਾਵੇ ਨਾਮ। ਔਖੀ ਗੱਲ ਕੀ ਹੋ ਗਈ? ਬਹੁਤ ਬਾਬੇ ਬਥੇਰੇ ਨਾਮ ਜਪਾਉਣੇ, ਤੁਰੇ ਫਿਰਦੇ ਅਸੀਂ। ਦੁੱਖ ਨਾ ਮਨਾਇਓ, ਤੁਹਾਡੇ ਚੋਂ ਮਿਲਿਆ ਕਿਸੇ ਬਿਰਲੇ ਨੂੰ। ਅੱਜ ਕੇ ਆਖੋ ਸਤਿਨਾਮ। ਪਿੰਡ ਪਿੰਡ ਦੀਵਾਨ, ਪਿੰਡ ਪਿੰਡ ਬਾਬਿਆਂ ਦੇ ਡੇਰੇ ਦੇ ਰਹੇ ਨੇ 24 ਘੰਟੇ। ਗੁਰੂ ਗ੍ਰੰਥ ਸਾਹਿਬ ਵੰਡ ਰਹੇ ਨੇ ਨਾਮ 24 ਘੰਟੇ, ਖੁੱਲ੍ਹਾ ਭੰਡਾਰਾ। ਇੰਨੀ ਸਿਫਤ ਗੁਰੂ ਗ੍ਰੰਥ ਸਾਹਿਬ ਵਿੱਚ, ਜਿੰਨੀ ਤੁਹਾਡੀ ਕੀਮਤੀ ਚੀਜ਼ ਹੋਊਗੀ ਉਹਨੂੰ ਲੁਕੋ ਕੇ ਰੱਖੋਗੇ, ਸਾਂਭ ਕੇ ਰੱਖੋ। ਸਿਉਨੇ ਨੂੰ ਜਿੰਦੇ ਵਿੱਚ, ਲੋਕਰਾਂ ਵਿੱਚ,
ਪਹਿਰੇ ਵਿੱਚ ਕੋਈ ਦੇਖ ਨਾ ਲਵੇ, ਕੋਈ ਚੁੱਕ ਨਾ ਲਵੇ। ਆਹ ਰਤਨ ਜਵਾਹਰ ਹੀਰਿਆਂ ਦਾ ਖਜ਼ਾਨਾ ਖੁੱਲ੍ਹਾ ਹੀ ਰੱਖਤਾ, ਜਿੰਨਾ ਮਰਜੀ ਕੋਈ ਲੁੱਟ ਲੋ। ਅਜ ਕੇ ਆਖੋ ਸਤਿਨਾਮ। ਕੋਈ ਪਹਿਰਾ ਲਾਇਆ ਹੀ ਨਹੀਂ, ਕੋਈ ਬੰਦਸ਼ ਲਾਈਓ ਨਹੀਂ, ਨੂੰ ਕੌਣ ਪੜੇ, ਕੌਣ ਲੁੱਟੇ। ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ। ਇੱਕ ਚੀਜ਼ ਲੈਣੀ ਹੁੰਦੀ ਹੈ, ਇੱਕ ਚੱਕਣੀ ਹੁੰਦੀ ਹੈ, ਇੱਕ ਲੁੱਟਣੀ ਹੁੰਦੀ ਹੈ। ਜਦੋਂ ਲੁੱਟ ਮਾਰ ਕਰਨੀ ਹੋਵੇ ਨਾ, ਫਿਰ ਗਿਣਤੀ ਮਿਣਤੀ ਨਹੀਂ ਰੱਖੀ ਦੀ। ਕਿ ਆਖੋ ਸਤਿਨਾਮ। ਫਿਰ ਤਾਂ ਬਾ ਪੰਡ ਭਾਰੀ ਉਹ ਬੰਨੀ ਦੀ ਹੈ ਨਾ। ਇਹਨੂੰ ਕਹਿੰਦੇ ਵੀ ਲੁੱਟ ਲਓ ਤੁਸੀਂ ਜਿੰਨਾ ਮਰਜ਼ੀ। ਇੰਨੀ ਕੀਮਤੀ ਚੀਜ਼ ਰੱਖੀ ਹੈ ਖੁੱਲੀ, ਜਿੰਦਾ ਲਾਇਆ ਹੀ ਨਹੀਂ, ਫੇਰੇ ਲਾਏ ਹੀ ਨਹੀਂ। ਸਭ ਦੇ ਸਾਹਮਣੇ ਕੋਈ ਗਾਵੇ, ਕੋਈ ਸੁਣੇ, ਕੋਈ ਕਰੇ ਵਿਚਾਰ। ਕੋ ਉਪਦੇਸੈ ਕੋ ਦ੍ਰਿੜੈ, ਤਿਸ ਕਾ ਹੋਏ ਉਧਾਰ। ਉਹ ਵਾਹਿਗੁਰੂ ਦਾ ਨਾਮ ਮਹਾਂਪੁਰਸ਼ ਥਾਂ ਥਾਂ ਵੰਡਦੇ ਫਿਰਦੇ ਨੇ, ਥਾਂ ਥਾਂ ਪਾਠ ਹੁੰਦੇ ਨੇ, ਪਰ ਸਾਥੋਂ ਲੈ ਕਿਉਂ ਨਹੀਂ ਹੁੰਦਾ। ਸੁਖਮਨੀ ਸਾਹਿਬ ਸਾਈਕਲ ਲੈਣ ਜਾਓਗੇ, ਕੁਝ ਕੋਲੋਂ ਛੱਡਣਾ ਪਊ ਨਾ। 2,500 ਰੁਪਏ ਦਾ ਹੁਣ ਆਉਂਦਾ। ਜੇ 2,500 ਛੱਡੋਗੇ ਤਾਂ ਹੀ ਸਾਈਕਲ ਮਿਲੂ। ਕਾਰ ਲੈਣ ਜਾਓਗੇ 5-7 ਲੱਖ ਛੱਡੋਗੇ ਤੇ ਮਿਲੂ। ਸਕੂਟਰ ਲੈਣ ਜਾਓਗੇ 10-20 ਹਜ਼ਾਰ 40 ਛੱਡੋਗੇ ਤੇ ਮਿਲੂ। ਕੱਪੜੇ ਲੈਣ ਜਾਓਗੇ ਕੁਝ ਕੋਲੋਂ ਦਓਗੇ, ਛੱਡੋਗੇ ਤਾਂ ਮਿਲਣਗੇ। ਤੁਹਾਨੂੰ ਵਹਿਮ ਹੈ ਕਿ ਵਾਹਿਗੁਰੂ ਦਾ ਨਾਮ ਮੁਕਤੇ ਮਿਲ ਜਾਣਾ ਹੈ। ਅਜ ਕੇ ਆਖੋ ਸਤਿਨਾਮ। ਨਹੀਂ, ਛੱਡਣਾ ਪੈਣਾ। ਸੁਖਮਨੀ ਸਾਹਿਬ ਪੈਸੇ ਨਹੀਂ, ਮਕਾਨ ਨਹੀਂ, ਜ਼ਮੀਨ ਨਹੀਂ, ਸੋਨਾ ਚਾਂਦੀ ਨਹੀਂ। ਜੇ ਵਾਹਿਗੁਰੂ ਦਾ ਨਾਮ ਲੈਣਾ ਤੈਨੂੰ ਹਉਮੈ ਛੱਡਣਾ ਪੈਣਾ। ਅਜ ਕੇ ਆਖੋ ਸਤਿਨਾਮ। ਅਗਲੀ ਤੁਕ ਪੜ੍ਹ ਲਓ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਾਜ ਅਭਿਮਾਨ। ਸਿੱਧੀ ਗੱਲ ਲਿਓ ਮਨ ਮੋਲ। ਜੇ ਵਾਹਿਗੁਰੂ ਦਾ ਨਾਮ ਲੈਣਾ ਤਾਂ ਹਉਮੈ ਦਾ ਮੁੱਲ ਦੇਣਾ ਪੈਣਾ, ਹਉਮੈ ਛੱਡਣਾ ਪਊ। ਇਹ ਆਪਾਂ ਨੇ ਛੱਡਣਾ ਨਹੀਂ, ਨਾਮ ਮਿਲਣਾ ਨਹੀਂ। ਵਾਹਿਗੁਰੂ ਦਾ ਕਿਸੇ ਨਾਲ ਵਿਰੋਧ ਨਹੀਂ, ਨਿਰਵੈਰ ਹੈ। ਸਭ ਮੰਨਦੇ ਹੋ ਨਿਰਵੈਰ ਹੈ, ਪਰ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ ਉਹਦਾ ਵਿਰੋਧ ਵੈਰ ਵੀ ਹੈਗਾ, ਪਰਮਾਤਮਾ ਦਾ ਵੈਰ ਵੀ ਹੈਗਾ। ਕੇਵਲ ਇੱਕ ਚੀਜ਼ ਨਾਲ। ਕਿਹੜੀ ਨਾਲ? ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇਕੱਠਾ। ਜੇ ਰੱਬ ਦਾ ਵਿਰੋਧ ਹੈ ਤਾਂ ਹਉਮੈ ਨਾਲ ਹੈ। ਭਾਣਾ ਐਸਾ ਵਰਤ ਗਿਆ, ਉਸੀ ਹਉਮੈ ਦੀ ਪੰਡ ਆਪਾਂ ਚੱਕੀ ਫਿਰਦੇ ਹਾਂ। ਅਜ ਕੇ ਆਖੋ ਸਤਿਨਾਮ। ਜਿਹਨੂੰ ਉਹ ਦੇਖਣਾ ਨਹੀਂ ਚਾਹੁੰਦਾ ਉਹਦੀ ਪੰਡ ਚੱਕੀ ਫਿਰਦੇ ਤੂੰ। ਪਲ ਪਲ ਵਿੱਚ ਹਉਮੈ ਤੇ ਵਿਰੋਧ ਵੀ ਇੰਨਾ ਹੈ। ਦੋ ਵਿਰੋਧੀ ਹੋ ਗਏ ਭਾਈ, ਘਰ ਵੰਡ ਲਿਆ, ਜੁਦੇ ਜੁਦੇ ਰਹੀ ਜਾਂਦੇ। ਦੋ ਮਿੱਤਰ ਵਿਰੋਧੀ ਹੋ ਗਏ, ਆਉਣਾ ਜਾਣਾ ਛੱਡਤਾ, ਮਲੇਰਕੋਟਲੇ 'ਚ ਰਹਿ ਰਹੇ ਨੇ, ਪਿੰਡ 'ਚ ਰਹਿਣਗੇ। ਪਰ ਵਾਹਿਗੁਰੂ ਦਾ ਹਉਮੈ ਨਾਲ ਇੰਨਾ ਵਿਰੋਧ ਹੈ, ਇਹ ਦੋ ਇਕੱਠੇ ਰਹਿੰਦੇ ਹੀ ਨਹੀਂ। ਦੋਏ ਨਾ ਬਸੈ ਇਕੱਠਾ ਹੈ, ਨਹੀਂ ਰਹਿਣਗੇ। ਹਉਮੈ ਵਿੱਚ ਸੇਵਾ ਨਾ ਹੋਵੇ। ਵਾਹਿਗੁਰੂ ਦਾ ਨਾਮ ਮਿਲੂਗਾ ਮਹਾਂਪੁਰਸ਼ਾਂ ਤੋਂ ਜਿਨ੍ਹਾਂ ਕੋਲ ਹੈ, ਪਰ ਮਿਲੂਗਾ ਕਦੋਂ? ਤਾਜ ਅਭਿਮਾਨ। ਹਉਮੈ ਛੱਡਣਾ ਪਊ। ਇਹੀ ਮੁਸ਼ਕਲ ਹੈ। ਮਹਾਰਾਜ ਨੇ ਬਾਣੀ ਵਿੱਚ ਕਿਹਾ, ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਣ ਤਜਿਆ ਨਾ ਜਾਏ। ਇੱਕ ਹੋਰ ਤੁਕ ਸੁਣ ਲਓ। ਗੁਰੂ ਮਹਾਰਾਜ ਕਹਿੰਦੇ,
घर छड़ता, मंदिर छड़ते, स्त्री बच्चे छड़ते, जमीन, कपड़े पाने छड़ दिते, रोटी खानी भी छड़ दे, सब कुछ छड़ता। पर गुरु ग्रंथ साहब जी की कहते ने, बेन हो त्याग कहाँ कहू त्यागी। जिन्हें एक होमे नहीं छड़ी उन्हें कख भी नहीं छड़िया। के आखो सतनाम। बेन हो त्याग, जिन्हें होमे नहीं छड़ी उन्हें छड़ी की, मैं नहीं छड़ी। क्यों नहीं? जो कुछ छड़िया है ना ਉਹਦੇ ਨਾਲ भी मैं जुड़ी हुई है। मैं घर छड़िया, मैं रोटी छड़ी है, कपड़े पाने छड़े ने, सब नाल मैं। थोड़े च भी बैठे होने कई मिल जाने सानू, कहते बाबा जी मैं शराब छड्डती। जे छड्डती होंदी फिर याद कानू आउंदी, अज के आखो सतनाम अजे जाएगा ठेके, क्योंकि मैं नाल लगी है ना। जे छड्डती होंदी ते हरदेव नूं दसण दी की लोड़ थी? ना ना ना, अजे मैं नाल है। हौं विच खटिया, हौं विच गया, नहीं छड्डी। महापुरुषां कोल है पूंजी परमेश्वर दे नाम दी, बड़ी भारी पूंजी, पर सानू मिलदी क्यों नहीं? वंडदे तो फिरदे हैं। गुरु ग्रंथ साहब 24 घंटे वंड रहे ने, असीं ओहदा मुੱਲ नहीं तारिया। कुछ कोलों दता नहीं की, हौमे नहीं छड़ी। जे हौमे छड़ देंदे अज तक असी जिउंदे ही सुरगां दा वासा कर लेंदे, जिउंदे ही बकुंठ विच बस सकदे सी, पर हौमे नहीं। श्री गुरु नानक देव महाराज, हौमे निकल गई जोगियां दी, निमरता आ गई। पुछया किस वखर के तुम बन जा रहे? नासिक बाबा नानक साच वखर के हम बन जा रहे। पहला कोई सच का व्यापारी मिलना नहीं, मिल गया था तो पछाण नहीं होना। जे पछाण भी लिया ਉਹਦੇ ਨਾਲ ਤੁਸੀਂ ਸਾਂਝ नहीं पाउनी। अज के आखो सतनाम, ਉਹਦੇ ਨਾਲ नहीं व्यापार करांगे आपां, वो चंगा ही नहीं लगना आपां नूं। किन ही बन जिया कांसी तांबा, किन ही लौंग सुपारी, संतो बन जिया नाम गोविंद का। ऐसी पर वो बहुते नहीं लभने, करोड़ां विचों कोई विरले विरले ने जेड़े नाम दे वपारी। विरले विरले ने नाम दे वपारी। नाम दे व्यापारी, तेरे नाम दे व्यापारी। विरले विरले ने जेड़े नाम दे, विरले विरले ने सच्चे नाम दे व्यापारी। कौ नानक कृपा करे जिसनो ये वत, जग में उत्तम कांडिए विरले केई। एडियां वड्डियां उच्चियां गल्लां जदों बाबे नानक ने कहियां, गुरमुखां दी खोज, रब दे दर्शनां दी प्यास, सच दा व्यापार। फिर पुछया गोरख ने, एडे वड्डे काम करदा फिरदे ये सिखे की तू? गुरु कौन है? उथे फिर जवाब दिता कि गोरख जी गुरु शब्द है। उदण नहीं रखी है शब्द गुरु दी सुमेर पर्वत दे उत्ते। रात में बेनती की सी कि गुरु नानक देव जी ने शब्द नूं गुरु मन्निया,
ਪਰ ਆਪਣੇ ਆਪ ਨੂੰ ਚੇਲਾ ਨਹੀਂ ਮੰਨਿਆ। ਚੇਲਾ ਮੰਨਿਆ ਸੁਰਤ ਨੂੰ, ਚੇਲਾ ਮੰਨਿਆ ਧਿਆਨ ਨੂੰ। ਜਿਸ ਮਾਰਗ ਤੇ ਵੀ ਤੁਸੀਂ ਤੁਰਨਾ, ਪੈਦਲ, ਸਾਈਕਲ, ਸਕੂਟਰ, ਕਾਰ, ਜਹਾਜ਼, ਜੋ ਵੀ, ਤੁਹਾਨੂੰ ਭੁਲੇਖਾ ਹੈ ਕਿ ਤੁਹਾਡਾ ਸਰੀਰ ਤੁਰ ਰਿਹਾ। ਨਹੀਂ ਨਹੀਂ, ਤੁਹਾਡਾ ਧਿਆਨ ਤੁਰ ਰਿਹਾ ਹੈ। ਅੱਜ ਕੇ ਆਖੋ ਸਤਿਨਾਮ। ਤੁਹਾਡੀ ਸੁਰਤ ਤੁਰ ਰਹੀ ਹੈ। ਧਿਆਨ ਮਾੜਾ ਮੋਟਾ ਇੱਧਰ ਹੋਇਆ ਨਹੀਂ ਤੇ ਐਕਸੀਡੈਂਟ ਹੋਇਆ ਨਹੀਂ, ਸਭ ਕੁਝ ਖਤਮ। ਧਿਆਨ ਮਾੜਾ ਮੋਟਾ ਇੱਧਰ ਹੋ ਜਾਵੇ, ਕਈ ਵਾਰ ਤੁਸੀਂ ਆਪਣਾ ਘਰ ਵੀ ਅੱਗੇ ਲੰਘ ਜਾਓਗੇ, ਮੋੜ ਅੱਗੇ ਲੰਘ ਜਾਓਗੇ, ਨਿਤ ਮੁੜਦੇ। ਜੇ ਸੰਸਾਰ ਦੇ ਮਾਰਗ ਤੇ ਧਿਆਨ ਤੁਰਦਾ ਹੈ, ਨਿਰੰਕਾਰ ਦੇ ਮਾਰਗ ਤੇ ਵੀ ਸਰੀਰ ਨਹੀਂ ਤੁਰੂਗਾ, ਧਿਆਨ ਹੀ ਤੁਰੂਗਾ। ਉੱਥੇ ਵੀ ਧਿਆਨ ਦੀ ਲੋੜ ਪਊ। ਪੁੱਛਿਆ ਸੀ ਗੋਰਖ ਨੇ, ਇਹ ਚੇਲਿਆਂ ਨੂੰ ਕਾਹਦੇ ਨਾਲ ਪਾਰ ਲੰਘਾਵੇਂਗਾ, ਇਹਨੇ ਸਿੱਖ ਬਣਾਉਂਦਾ ਫਿਰਦੇ। ਗੁਰੂ ਨਾਨਕ ਕਹਿੰਦੇ ਸਾਬਤ ਸੁਰਤ ਭਵ ਸਾਗਰ ਤਰੀਏ। ਮੈਂ ਨਹੀਂ ਗਰੰਟੀ ਦੇਣੀ ਮੈਂ ਤਾਰੂੰਗਾ, ਮੈਂ ਲੰਘਾਊਂਗਾ ਪਾਰ, ਨਹੀਂ ਨਹੀਂ ਨਹੀਂ। ਸਾਬਤ ਸੁਰਤ ਭਵ ਸਾਗਰ ਤਰੀਏ। ਇਹ ਸੰਸਾਰ ਸਮੁੰਦਰ ਨੂੰ, ਸਿੱਖਾਂ ਸੇਵਕਾਂ ਨੂੰ ਸ਼ਬਦ ਤੇ ਸੁਰਤ ਦਾ ਮੇਲ ਲੰਘਾਵੇਗਾ। ਕਬੀਰ ਸਾਹਿਬ ਨੇ ਬੜੀ ਮੋਟੀ ਗੱਲ ਕਹੀ ਹੈ, ਦੋ ਮਿਲ ਕਾਰਜ ਉਪਜੈ, ਰਾਮ ਨਾਮ ਸੰਜੋਗ। ਨਿਤ ਪੜ੍ਹਦੇ ਹੋ। ਕਬੀਰ ਸਾਹਿਬ ਕਹਿੰਦੇ ਸਿੱਖਾ, ਦੋ ਚੀਜ਼ਾਂ ਨੂੰ ਮਿਲਾ ਲੈ, ਵਾਹਿਗੁਰੂ ਮਿਲ ਜੂਗਾ। ਕਿਹੜੀਆਂ ਚੀਜ਼ਾਂ? ਗੁਰੂ ਦਾ ਹੋਵੇ ਸ਼ਬਦ, ਸਿੱਖ ਦੀ ਹੋਵੇ ਸੁਰਤ। ਦੋਏ ਮਿਲ ਗਈਆਂ ਤੇ ਰੱਬ ਮਿਲ ਗਿਆ। ਅੱਜ ਕੇ ਆਖੋ ਸਤਿਨਾਮ। ਗੁਰੂ ਦਾ ਸ਼ਬਦ, ਸਿੱਖ ਦੀ ਸੁਰਤ। ਪਰ ਇਹ ਕੰਮ ਸਿਖਾਲਾ ਨਹੀਂ। ਕਬੀਰ ਸਾਹਿਬ ਕਹਿੰਦੇ ਲੋਕ ਜਾਣੇ ਇਹ ਗੀਤ ਹੈ, ਸਿਖਾਲਾ ਜਿਹੀ ਕੰਮ ਹੈ। ਨਹੀਂ ਨਹੀਂ, ਇਹ ਤੋਂ ਬ੍ਰਹਮ ਵਿਚਾਰ, ਇਹ ਤੇ ਗਾਹਾਂ ਤਾਂ ਕੋਈ ਵਿਚਾਰ ਹੀ ਨਹੀਂ ਹੈ। ਸ਼ਬਦ ਸੁਰਤ। ਰਾਤ ਤੁਹਾਨੂੰ ਬੇਨਤੀ ਕੀਤੀ ਸੀ, ਅਸੀਂ ਸੁਰਤ ਜੋੜਨ ਦਾ ਕਦੇ ਉਪਾਅ ਨਹੀਂ ਕੀਤਾ। ਸਰੀਰਾਂ ਨੂੰ ਜੋੜ ਕੇ ਹੀ ਖੜ ਗਏ। ਸਰੀਰ ਜੋੜ ਲਏ। ਪੌੜੀਆਂ ਜਿੰਨੀਆਂ ਮਰਜ਼ੀ ਵਧੀਆ ਬਣਾ ਲਿਓ, ਮਾਰਬਲ ਛੱਡ ਕੇ ਚਾਂਦੀ ਦੀਆਂ ਬਣਾ ਲਿਓ, ਪੌੜੀ ਕਿਤੇ ਚੜਾ ਦੂਗੀ, ਤੁਰਨਾ ਤਾਂ ਤੈਨੂੰ ਪੈਣਾ ਹੈ। ਅੱਜ ਕੇ ਆਖੋ ਸਤਿਨਾਮ। ਇਹ ਕਰਮ ਧਰਮ ਪੌੜੀਆਂ। ਜੇ ਰੱਬ ਤੱਕ ਪੁੱਜਣਾ ਤਾਂ ਸੁਰਤ ਨੂੰ ਤੋਰਨਾ ਪਊਗਾ। ਇਹ ਗੱਲ ਹੋਰ ਸੁਣਿਓ, ਜੱਗ ਦਾ ਮਿਲਾਪ ਤੁਰਨ ਤੋਂ ਹੋਣਾ, ਚੱਲਣ ਤੋਂ ਹੋਣਾ। ਦੁਨੀਆ ਨੂੰ ਮਿਲਣਾ, ਚੱਲਣਾ ਪਵੇਗਾ। ਕਿਸੇ ਵੀ ਕੰਮ ਤੇ ਜਾਣਾ, ਚੱਲਣਾ ਪਵੇਗਾ। ਕਾਰ ਤੇ ਜਾ, ਸਕੂਟਰ ਤੇ ਜਾ, ਉਹ ਵੀ ਚੱਲ ਰਹੀ ਹੈ। ਰਿਸ਼ਤੇਦਾਰ ਨੂੰ ਮਿਲਣ ਜਾਣਾ, ਚੱਲਣਾ ਪਊਗਾ। ਜੋ ਵੀ ਕੰਮ ਹੈ, ਚੱਲਣਾ ਪਵੇਗਾ। ਪਿਆਰ ਵਿੱਚ ਆ ਕੇ ਸੁਣਿਓ, ਸੰਸਾਰ ਨੂੰ ਮਿਲਣੇ, ਤੁਰਨਾ ਪਵੇਗਾ। ਨਿਰੰਕਾਰ ਨੂੰ ਮਿਲਣਾ ਤੇ ਬੈਠਣਾ ਪਵੇਗਾ। ਅੱਜ ਕੇ ਆਖੋ ਸਤਿਨਾਮ। ਉਹ ਤੁਰੇ ਤੋਂ ਨਹੀਂ ਮਿਲਣਾ, ਉਹ ਚੱਲੇ ਤੋਂ ਨਹੀਂ ਮਿਲਣਾ, ਬੈਠਣਾ ਪਵੇਗਾ। ਚੱਲਣਾ ਕਿਉਂ ਪੈਂਦਾ? ਤੁਹਾਡਾ ਰਿਸ਼ਤੇਦਾਰ ਲੁਧਿਆਣੇ ਤੇ ਜਾਣਾ ਹੀ ਪਵੇਗਾ। ਉਹ ਲੁਧਿਆਣੇ, ਮਲੇਰ ਕੋਟਲੇ 'ਚ ਵੀ ਕੋਈ ਲੁਧਿਆਣੇ ਰੋਡ ਤੇ ਰਹਿੰਦਾ ਹੈ ਤੇ ਰਾਏਕੋ ਰੋਡ ਤੋਂ ਤੁਰਨਾ ਪਊ ਨਾ ਉੱਧਰ ਨੂੰ, ਖਾਸੇ ਤੇ ਜਾਣਾ। ਨੇੜੇ ਆ ਜਾਓ, ਪ੍ਰਸ਼ਾਦਾ ਛਕਣਾ ਤੇ ਲੰਗਰ ਵੱਲ ਤੁਰਨਾ ਪਊ, ਜਾਣਾ ਪਊ। ਬਿਸਤਰੇ ਤੇ ਪੈਣਾ ਤੇ ਬਿਸਤਰੇ ਵੱਲ ਤੁਰਨਾ ਪਊ, ਜਾਣਾ ਪਊ। ਕਾਰ ਵਿੱਚ ਚੜ੍ਹਨਾ, ਜਾਣਾ ਪਊ। ਪਰ ਜੇ ਨਿਰੰਕਾਰ ਵੱਲ ਜਾਣਾ ਤੇ ਬੈਠਣਾ ਪਊ। ਕਿਉਂ? ਉਹ ਦੂਰ ਨਹੀਂ ਹੈ, ਉਹ ਬਹੁਤ ਨੇੜੇ ਹੈ। ਅੱਜ ਕੇ ਆਖੋ ਸਤਿਨਾਮ। ਤੁਰ ਕੇ ਜਾਣਾ ਪੈਂਦਾ, ਜਿਹੜਾ ਦੂਰ ਹੋਵੇ ਉਹ ਤਾਂ ਹੈ ਹੀ ਕੋਲ। ਜਿਉਂ ਜਿਉਂ ਤੁਰੇਗਾ ਤੇ ਦੂਰ ਹੁੰਦਾ ਜਾਏਗਾ। ਉਹ ਤਾਂ ਬੈਠਾ ਹੈ,
हर जगह बैठा है, किते गुरुद्वारे च बैठा है, मसीह च बैठा है अल्लाह, किते राम मंदिर च भी बैठा है। नहीं नहीं नहीं, ਉਹਨੂੰ ਤਾਂ ਬਾਣੀ ਨੇ ਕਹਿ ਦਿੱਤਾ, ਜਲਾਂ ਥਲਾਂ ਵਿੱਚ ਰਵਿਆ ਸੁਆਮੀ ਮੇਰਾ ਪ੍ਰੀਤਮ, ਜਲਾਂ ਥਲਾਂ ਵਿੱਚ ਰਵਿਆ ਸੁਆਮੀ ਮੇਰਾ ਪ੍ਰੀਤਮ ਮੇਰਾ। ਜਲਾਂ ਥਲਾਂ ਵਿੱਚ ਰਵਿਆ ਸੁਆਮੀ, ਜਲਾਂ ਥਲਾਂ ਵਿੱਚ ਰਵਿਆ ਸੁਆਮੀ, ਜਲਾਂ ਥਲਾਂ ਵਿੱਚ ਰਵਿਆ ਸੁਆਮੀ, ਜਲਾਂ ਥਲਾਂ ਵਿੱਚ ਰਵਿਆ ਸੁਆਮੀ। ਜਲਾਂ ਥਲਾਂ ਵਿੱਚ ਰਵਿਆ ਸੁਆਮੀ ਮੇਰਾ ਪ੍ਰੀਤਮ ਮੇਰਾ, ਜਲਾਂ ਥਲਾਂ ਵਿੱਚ ਰਵਿਆ ਮੇਰਾ ਪ੍ਰੀਤਮ ਮੇਰਾ। ਭਗਤ ਰਵਿਦਾਸ ਜੀ ਮਹਾਰਾਜ ਨੇ ਤਾਂ ਫੈਸਲਾ ਕਰ ਦਿੱਤਾ, ਉਹ ਬੰਦਿਆ ਵਾਹਿਗੁਰੂ ਤੇਰੇ ਕੋਲ ਹੱਥਾਂ ਪੈਰਾਂ ਤੋਂ ਵੀ ਨੇੜੇ, ਕਹਿ ਰਵਿਦਾਸ ਹਾਥ ਪੈ ਨੇੜੇ। ਤੂੰ ਹੱਥਾਂ ਪੈਰਾਂ ਨੂੰ ਆਪਣੇ ਨਾਲ ਲੱਗੇ ਸਮਝ ਲੈ ਨਾ, ਉਹ ਤਾਂ ਇਹਨਾਂ ਤੋਂ ਵੀ ਨੇੜੇ ਹੈ। ਸਹਿਜੇ ਹੋਏ ਸੋ ਹੋਏ, ਜਿਹੜਾ ਦੂਰ ਹੋਵੇ ਉਹ ਤੁਰ ਕੇ ਮਿਲੇਗਾ, ਜਾ ਕੇ ਮਿਲੇਗਾ, ਜਿਹੜਾ ਕੋਲ ਹੈ ਬੈਠੇ ਤੇ ਮਿਲੇ। ਹੁਣ ਜਿਹੜਾ ਤੁਹਾਡੇ ਕੋਲ ਬੈਠਾ ਹੈ, ਜੇ ਇੱਥੋਂ ਤੁਰ ਪਓਗੇ ਉਹ ਤਾਂ ਦੂਰੇ ਹੋਣਗੇ, ਫਿਰ ਉਹ ਤਾਂ ਘੱਟ ਘੱਟ ਵਾਸੀ ਸਰਬ ਨਿਵਾਸੀ। ਇਸ ਕਰਕੇ ਮੰਦਰ ਬਣੇ ਨੇ, ਮਸਜਿਦ ਬਣੀ ਹੈ, ਗੁਰਦੁਆਰੇ ਬਣੇ ਨੇ। ਤੈਨੂੰ ਇੱਥੇ ਬੈਠਣਾ ਆ ਜਾਵੇ, ਅਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੰਗਤ ਵਿੱਚ ਆਉਣਾ ਬੈਠਣਾ। ਅਗਲੀ ਗੱਲ ਸੁਣਿਓ ਹੁਣ, ਸ਼ਬਦ ਸੁਰਤ। ਸੰਸਾਰ ਦੇ ਮਾਰਗ ਤੇ ਚੱਲੇਗਾ, ਸਰੀਰ ਤੁਰੇਗਾ, ਹੱਥ ਪੈਰ ਹਿੱਲਣਗੇ। ਨਿਰੰਕਾਰ ਦੇ ਮਾਰਗ ਤੇ ਚੱਲੇਗਾ, ਸਰੀਰ ਦਾ ਹਿੱਲਣਾ ਬੰਦ। ਇੱਕ ਘਟਨਾ ਵਾਪਰੂਗੀ, ਜਦੋਂ ਸਰੀਰ ਦਾ ਹਿੱਲਣਾ ਬੰਦ ਹੋ ਜਾਊਗਾ, ਸੁਰਤ ਤੁਰਨੀ ਸ਼ੁਰੂ ਹੋ ਜੂਗੀ। ਅਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਸਮਝੇ ਲਿਓ, ਜਦੋਂ ਸਰੀਰ ਹਿੱਲਣ ਤੋਂ ਬੰਦ ਹੋ ਗਿਆ, ਹਿੱਲਣ ਨੂੰ ਕਹਿੰਦੇ ਇਹ ਨਾ ਸਮਝਿਓ ਵੀ ਐਂ ਨਹੀਂ ਹਿੱਲਣਾ। ਇਹ ਸਰੀਰ ਸੁੰਨ ਵੀ ਹੋ ਗਿਆ, ਤੂੰ ਚੁੱਪ ਕਰਕੇ ਬੈਠ ਗਿਆ, ਫਿਰ ਵੀ ਹਿੱਲੂਗਾ। ਮਨ ਕਦੇ ਕਿਤੇ ਜਾਵੇਗਾ, ਕਦੇ ਕਿਤੇ ਜਾਵੇ, ਅੱਖਾਂ ਕਦੇ ਕਿਤੇ ਦੇਖਣਗੀਆਂ, ਕਦੇ ਕਿਤੇ ਨਹੀਂ। ਜਦੋਂ ਇਹ ਸਭ ਕੁਝ ਬੈਠ ਜਾਵੇ, ਫਿਰ ਸੁਰਤ ਤੁਰੇਗੀ, ਸ਼ਬਦ ਵੱਲ ਚੱਲੇਗੀ। ਸੰਗਤ ਦਾ ਬਹੁਤਾ ਫਾਇਦਾ ਇਹੀ ਹੈ, ਇੱਥੇ ਹੁਣ ਤੁਹਾਡੀ ਜ਼ੁਬਾਨ ਬੰਦ ਹੈ, ਅੱਖਾਂ ਕਿਸੇ ਨੂੰ ਦੇਖਣਾ ਨਹੀਂ ਚਾਹੁੰਦੀਆਂ, ਕੰਨ ਕੋਈ ਆਵਾਜ਼ ਸੁਣਨਾ ਨਹੀਂ ਚਾਹੁੰਦੀਆਂ, ਹੋਰ ਹੱਥ ਹਿੱਲਣੇ ਨਹੀਂ ਚਾਹੁੰਦੇ, ਪੈਰ ਤੁਰਨਾ ਨਹੀਂ ਚਾਹੁੰਦਾ, ਜੀਭ ਕਿਸੇ ਸਵਾਦ ਨੂੰ ਹੁਣ ਯਾਦ ਹੀ ਨਹੀਂ ਹੈਗੀ, ਬਿਲਕੁਲ ਵੀ ਨਹੀਂ। ਤੇ ਮਨ ਕਿਸੇ ਨੂੰ ਬੁਰਾ ਭਲਾ ਹੁਣ ਸੋਚ ਹੀ ਨਹੀਂ ਰਿਹਾ, ਚੰਗਾ ਮਾੜਾ ਹੈ ਹੀ ਨਹੀਂ। ਹਾਂ, ਤੁਸੀਂ ਸਵਾਲ ਤਾਂ ਬੜਾ ਪੁੱਛਦੇ ਹੋ ਬਾਬਿਆਂ ਤੋਂ ਕਿ ਮਨ ਨਹੀਂ ਟਿਕਦਾ। ਸੁਖਮਨੀ ਸਾਹਿਬ ਵਿੱਚ ਉੱਤਰ ਲੈ ਲਿਆ ਕਰੋ, ਬਹੁਤ ਸਗਾਲਾ ਤਰੀਕਾ। ਕਿਉਂ ਨਹੀਂ ਟਿਕਦਾ ਮਨ ਸਾਡਾ? ਜਬ ਤਾਰੇ ਕੋ ਬੈਰੀ ਮੀਤ, ਤਬ ਲਗਨੇ ਚਲ ਨਾਹੀ ਚੀਤ। ਪੜ੍ਹੀ ਜਾਈ ਸੁਖਮਨੀ, ਬਣ ਜੀ ਸੰਤ, ਕਰੀ ਕੀਰਤਨ। ਜਦ ਤੱਕ ਮਨ ਵਿੱਚ ਦੁਆਇਸ਼ ਹੈ, ਇਹ ਮਨ ਨਹੀਂ ਟਿਕੂਗਾ। ਜਬ ਤਾਰੇ ਕੋ ਬੈਰੀ ਮੀਤ, ਤਬ ਲਗਨੇ ਚਲ ਨਾਹੀ ਚੀਤ। ਕਿੱਥੇ ਟਿਕ ਜੂਗਾ? ਟਿਕਾਉਣੇ
ता ना को बैरी नहीं बेगाना सगल संग हमको बनाए। कहे जे साधन दसे ने सुखमनी साहब इथे अखां भी टेगियां, ਕੰਨ भी टिके, दसे इंद्रे टिके, मन भी टिकिया। हुण तुहाडे मन विच किसे दा बुरा भला नहीं है, किसे दी निंदिया उस्तत नहीं है। जदों ये सब कुछ टिके सुरत तुर पई। तुसीं एवें बाबिਆਂ ਨੂੰ पुछी जाने हो, ਕੰਨਾਂ ਵਿੱਚ कोई आवाज़ां पैंदियां, अखां कुछ देखदियां, जीभ ਨੂੰ यही लग्या भी अब साग ਨੂੰ तड़का कद लगूगा, अज कित्थे जाने, फलाने ने मैनू ऐ क्यों कहता, ते कहने हो मन टिक जावे। नहीं नहीं, संगत विच आउणा शरीर दा रोम रोम टिक गया, सहज अवस्था आ गई, बस ये टिक गया तो सुरत तुर सुरनी शुरू होगी शुरू। एक गल होर समझ लो, सारी जिंदगी बाणी पढ़ी, सारी जिंदगी कथा कीर्तन करी, तीर्थां ते जाई, प्रचार करी, अपने आप नूं मीटर ला लियो, अज जाके जरूर ला लियो। जे अगे तो मैनू पता नहीं लाया होना, अज ला लियो। वो केड़ा मीटर, सिर दुखन लग गया तुहाडा, करोसीन की गोली लई, 5 मिनट बाद देखोगे भी हटिया कि नहीं। दर्द होने लग गया शरीर विच, अनालजन ले ली, कोई गोली ले ली, तो जदे देखोगे भी घटिया कि नहीं। टीके लवाए टाईफाइड दे, कैप्सूल खाधे, बार बार थर्मामीटर ला के वेखोगे टैंपरेचर घटिया कि नहीं। शीरप पीओगे, सोचोगे खंघ घटी है कि नहीं। देखते हो ना। पर हुण दुख ना मनायो, 20-20, 30-30, 40 साल हो गए दवाइयां लैंदियां नूं, गुरुद्वारे फिरदियां नूं, सीरप पींदियां नूं, कदे जाके सोचिया ही नहीं घर कि होमे घटिया कि नहीं। अज के आखो सतनाम श्री वाहिगुरू। ईरखा घटी कि नहीं, लोभ घटिया कि नहीं घटिया। लाया कदे थर्मामीटर। वो 40 साल हो गए अमर छके नूं, 20-20 साल हो गए बाणी पढ़दे नूं, 30-30 साल हो गए बाबियां दे डेरे घुमदियां नूं, कथा कीर्तन करदियां नूं, कदे थर्मामीटर लाया ही नहीं। भी तृष्णा घटी, लोभ घटिया, ईरखा घटी। सुन लो हुण बाणी दा हुक्म, काम ना बिसरियो, क्रोध ना बिसरियो, लोभ ना छूटियो देवा, पर निंदा मुखते नहीं छूटी, निभल भई सब सेवा। सब कुछ व्यर्थ। इहनूं हुण पंजाबी च सुनो। हो गया बीमार तुहाडा कोई सज्जन मित्र, ले गए चक के CMC उहनूं, मलेरकोटले वाले ने देता जवाब, DMC ले गए, 3 साल इलाज कराया, खेती बाड़ी भी गई, नियाणिਆਂ की पढ़ाई भी रुड़ गई, कारोबार ठप हो गया, ਜਿਹੜੇ ਕੋਲ पैसे सी वो भी लग गए। ध्यान नाल सुनियो हुण, जे तो मरीज राजी होके आ जाए ना, सारा मलेरकोटला कहूगा इन्हां दी सेवा थां ही पैगी, सफल हो गई, बच गया बंदा। फिर फसल हो जूगी, बच्चे अगले साल इम्तिहान दे लेंगे, 4 पैसे फिर इकट्ठे हो जाएंगे, बंदा तो बच गया ना। पर जे उतों डेड बॉडी आवे फिर की कहोगे कि इन्हां दा सब कुछ किया व्यर्थ गया। अज के आखो सतनाम श्री वाहिगुरू। ये घटना अपने नाल होनी है, अपने नाल होनी। बाणी भी पढ़ी, गुरुद्वारियां च भी घूमे, कथा कीर्तन भी की, खंड पाठ भी कराए, रोग कोई हटिया ही नहीं, सब किया व्यर्थ गया। अज के आखो सतनाम।
थोड़ा जिहा लाया करो हिसाब कि इन्ना चिर हो गया बाणी पढ़ते नूं। मेरे खुद नाल घटना वापरदी है, ਜਿਹੜੇ 40 साल पहला मैनू मिले ना, ਹੁਣ भी हैंगे जिन्होंने मैं 40 साल पहला अंबर छकाउण दी भी सेवा की, संगत भी करते रहे। वो 40 साल भी पहला मैनू ऐं पुछते थे बाबा जी मन नहीं टिकता, अज भी उही पुछ रहे ने मन नहीं टिकता। 40 साल बीत गए, अज भी उही सवाल है। ਇਹਦਾ मतलब सुनियो हुण की है, तू 40 साल तुरिया बहुत है पर खड़ा उठी है जिथों तुरिया सी। अजखे को सतनाम, तुरिया बहुत है तू 40 साल विच। तेरे भाव तो मैं बहुत हजारा मील तुर लिया, पर तू खड़ा उठी है जिथों तुरिया सी। क्योंकि दवाई तो बहुत खाधी, रोग उठी खड़ा है जिथों शुरू होया सी। गुरमुख प्यारिओ, ये क्यों होया? मैं रात बेनती की सी, शरीर का ते शब्द का कदे मेल नहीं करी फिरदे हो तुसीं। हुण तुसीं इदां करिओ, रब ना करे थानू टाईफाइड हो जाए, एक उदाहरण है। वो टाईफाइड के जिहड़े कैप्सूल है ना, एंटेरोमाइसिन, उहनूं तुसीं गोडियां पर बन लिओ, मथे पर बन लिओ, ढिड पर बन लिओ, कह पूरा पैकेट, ते देखियो हटदा है टाईफाइड, बधूगा। आ बाणी बूणी सुन के तुसीं गुरुद्वारियां च घुम के इनू शरीर नाल बन्नी फिरदे हो, तां ही नहीं रोग हटिया। अजखे को सतनाम, शरीर नाल टीके बन्ने ते ताप कित्थे हट जूगा। मैं गुरुद्वारे गया, मैं सुखमनी पढ़ ली, मैं अखंड पाठ कराता। अखंड पाठ तो हूँ कराउंदे रहो, तुसीं हटे हो ना मेरे कहे ते, क्योंकि जे तुसीं हट गए साडा काम भी खड़ जूगा। कराउंदे रहो, पर जिहे जे हुण कराउने हो इन्हां तो हट जाओ। कहे जे कराउने तुसीं, ਜਿਹੜਾ अखंड पाठ कराउंदा ना तुहाडे चों, ਉਹਦਾ ਤਾਂ ਜ਼ੋਰ ਲੱਗਿਆ ਹੁੰਦਾ ਇੱਕ ਕੰਮ ਤੇ ਵੀ ਭੋਗ ਤੇ ਇਕੱਠ ਹੋ ਜਾਵੇ ਬਸ, ਹੋਰ ਨਹੀਂ ਉਹਨੇ ਦੇਖਣਾ ਕੁਛ। ਕੋਈ MLA ਆਵੇ, ਕੋਈ ਚੇਅਰਮੈਨ ਆਵੇ, ਕੋਈ ਚੋਲੇ ਵਾਲਾ ਬਾਬਾ ਆਵੇ, ਲੋਕ ਵੀ ਗੱਲਾਂ ਕਰਨ ਵੀ ਇਹਦੇ ਭੋਗ ਤੇ ਵੀ ਬੜਾ ਇਕੱਠ ਹੋਇਆ। ਇਕੱਠ ਵੇਖਣਾ ਤੁਸੀਂ, ਹੋਰ ਕੱਖ ਵੀ ਨਹੀਂ ਵੇਖਣਾ। ਤੇ ਮੈਨੂੰ ਇੱਕ ਗੱਲ ਦੱਸੋ, ਕਦੇ ਅਖੰਡ ਪਾਠ ਕਰਾ ਕੇ ਤੁਸੀਂ ਭੋਗ ਤੋਂ ਬਾਅਦ ਆਰਾਮ ਨਾਲ ਬੈਠ ਕੇ ਇਹ ਹਿਸਾਬ ਲਾਇਆ ਕਿ ਮੈਂ 3 ਦਿਨ ਵਿੱਚ ਬਾਣੀ ਕਿੰਨੀ ਸੁਣੀ, ਮੈਂ ਮਹਾਰਾਜ ਦੇ ਕੋਲ ਕਿੰਨੇ ਘੰਟੇ ਬੈਠੇ? ਇਹ ਤਾਂ ਨਹੀਂ ਹਿਸਾਬ ਲਾਇਆ ਹੋਣਾ ਨਾ। ਮੈਨੂੰ ਵੀ ਪਤਾ, ਤੁਹਾਨੂੰ ਵੀ ਪਤਾ ਤੁਸੀਂ ਬੈਠਣਾ ਕੀ ਹੈ। ਅਰਦਾਸ ਵਿੱਚ ਵੀ ਗ੍ਰੰਥੀ ਤੁਹਾਨੂੰ ਬੁਲਾ ਕੇ ਹੀ ਲਿਆਉਣੇ, ਆ ਜਾਓ ਘਰ ਵਾਲਿਓ ਅਰਦਾਸ ਕਰਨੀ ਹੈ। बैठना तो तुसीं की है, ये जरूर हिसाब लाओगे इकट्ठ किन्ना होया। ये हिसाब कदे नहीं लाया 3 दिन च बाणी किन्नी सुनी। महाराज मेरे घर आए, मैं कोल किन्ना बैठे। मोटी मिसाल दवां, कोई तुहाडा रिश्तेदार सज्जन मित्र आवे, तुसीं उहदे कोल बैठो ना, मेरे तो ख्याल नहीं मुड़ के आजू भी चाह भी पीओ। श्री गुरु ग्रंथ साहब नूं घर लिआउने हो ते कोल बैठना नहीं है, की खुश होके जाणगे महाराज? जब बंदा खुश होके नहीं जाता तो 10 पातशाहियां नूं घर लिआउणा ते कोल बैठदा नहीं है, फिर खुशी चाहुंदे हो तुसीं। घर वाला चाहुंदा इकट्ठ, ते जिहड़े तुसीं भोग ते जाने हो तुसीं सुण जाने हो बई ना ना ना। तुसीं जाके पहला वेखना पकौड़े पालक दे हैं कि पनीर दे हैं। अजखे आखो सतनाम, जिन्नियां ने तुसीं भोग ते जाना खाण दीयां चीज़ां देखणियां, नाल सब्जी काहदी बनी है, ये पकौड़े स्वाद नहीं बने, चाह ठंडी है। गए अखंड पाठ दे भोग ते, कहंदा मैं अखंड पाठ दे भोग ते गए। नंबर 3, घर वाला वेखदा इकट्ठ हो जावे, जाण वाले देखदे शकशकाई चंगी होवे। साडे लाणे ने वेखना भी पूजा सोहनी मिल जाए, देखना ही असीं तो पूजा सोहनी मिल। इत्थे बैठे हैं कमेटी वाले,
इन्होंने वेखना चढ़ावा किन्ना होया है। अज के आखो सतनाम, कहते अखंड पाठ होया ना, दसो च अखंड पाठ किथे। घर वाला कहता कठ, जान वाले कहने खाना पीना, पाठी कहने पूजा, कमेटी देखती है चढ़ावा, कहते होया अखंड पाठ। अखंड पाठ तो नेड़े चढ़े भी नहीं है उत्थे। ये तो अपनियां गल्लां होईयां, इस करके रोग नहीं हटे। बड़े अखंड पाठ, बड़े कथा कीर्तन, बड़े भजन बाणी, बड़े बाबे, बड़े प्रचारक, रोग दिन पर दिन बढ़दा जा रहा। क्यों? इन्हां चीज़ां नूं तुसीं शरीर नाल जोड़ी फिरदे हो, देह नाल जोड़ी फिरदे हो। इन्हां नूं तां सुरत नाल जोड़ना सी। अज के आखो सतनाम, सुरत नाल, शब्द सुरत भाव सागर तरी है। ये जो शब्द सानू बख्शे है, ਇਹਦਾ सब्जैक्ट ही सुरत है। थानू हुण बेनती हो है कि 5 मिनट बैठिया करो, ज़्यादा नहीं, 5 मिनट। सुरत का मार्ग की है? कोई बाणी नहीं पढ़नी, किसी की फोटो का ध्यान नहीं करना। जे सुर के मार्ग से चलना, पहली पौड़ी दसन लगे तुहानू, तुसी 5 मिनट कोशिश करो चुप करन दी। अज के आखो सतनाम, बस होर कुछ नहीं करना। ना वाहिगुरू, ना राम, ना सुखमनी, कुछ नहीं पढ़नी। तुसी कल्ले बैठो, कोशिश करो चुप होने दी। बस अखां नूं भी चुप कराओ, कन्नां नूं भी कराओ, जीभ नूं भी कराओ। उस चुप नूं पता की लिखे बाणी विच? सुखमनी साहब, मिथ्या नाही रसना परस, मन में प्रीत निरंजन दर्श, पर तेरा रूप न पेखै नेत्र, साध की टहल संत संग हेत, कर्ण न सुने काहू की निंदा, सब ते जाने आपस को मंदा। इथे आओ जे सुर दे मार्ग ते चलना। और जिदन तुसी चुप करके बैठना, तुहानू आ गया ना, समझ लो सुरत तुर पी। अज के आखो सतनाम। लम्मा समा ना बैठे हो, 5-7 मिनट तो शुरू करो, हौली हौली वाधा जाए। जे पहले दिन 2.5 घंटे बैठ गए ना, दूए दिन 2 घंटे ही रह जाने। अज के आखो सतनाम। 3 दिन 1.5 रह जाना, 7 दिन बाद हटे जाएगा। उपर नू चढ़ना, हेठ नू नहीं होना। उपर छलांग नहीं पहला मारी दी, एक एक डंडा चढ़ी दे। ए तो राह पत पवड़ियां चढ़िए होए 21। ये शब्द सानू तां बख्शे है। पढ़ना सुनना क्यों है? बैठना आ जाए, चुप करना आ जाए। बस जिदन तुसी चुप करके बैठना सीख गए, समझ लो सुरत तुर पी, चल पे मार, सफर होना शुरू हो गया। मैं फिर दोहरा देने, जग नू मिलने ते चलना पऊगा, रब नू मिलने ते बैठना पऊगा। क्योंकि वो हर जगह व्यापक है, हर जगह है। तुरीए तो तां जे मलेरकोटले ना होवे, धूरी होवे तो तुर पीए भी मिल जू। ये 2 चीज़ां सच ने। सच हर एक जगह। केड़ियां सच ने? एक मौत ते एक रब। अज के आखो सतनाम, सच ने। फर्क की है दोहां च? फर्क है थोड़ा जा। मौत समय सिर आऊगी, वो तो पहला नहीं। वाहिगुरू हमेशा ही आया हुआ है, उन्हें आना नहीं है। वो तो सर्व जगह कड़कड़ वासी, सर्व निवासी। इत्थे तक मैं तुहानू शब्द की बेनतियां कीतियां। श्री गुरु नानक देव जी ने 48 साल जग का रटन किया। की कटिया, की इकट्ठा किया? एक शब्द की पोथी, एक बाणी की पोथी। वो दी सारी जिंदगी की कमाई गुरु नानक की बाणी है। अज के आखो सतनाम। आ तुहाडे ते मेरे वाला काम नहीं सी। जिथे गए
ਉੱਥੋਂ ਹੀ ਘਰ ਦੀਆਂ ਚੀਜ਼ਾਂ ਖਰੀਦ ਲੈਣੀਆਂ। ਅੰਮ੍ਰਿਤਸਰ ਜਾਂਦੇ ਹੋਣੇ ਮਲੇਰਕੋਟਲੇ ਵਾਲਿਓ, ਇਹ ਤੁਹਾਡੇ ਘਰ ਵਾਲੀਆਂ ਨੇ ਪਹਿਲਾਂ ਕਹਿ ਦੇਣੇ ਅੰਮ੍ਰਿਤਸਰ ਚੱਲੇ ਆ, ਉੱਥੇ ਦੀਆਂ ਬੜੀਆਂ ਬੜੀਆਂ ਸਵਾਦ ਹੈ, ਬੜੀਆਂ ਲੈ ਕੇ ਆਈ। ਅੰਮ੍ਰਿਤਸਰ ਫਿੱਕਾ ਹੋ ਗਿਆ, ਬੜੀਆਂ ਸਵਾਦ ਹੋ ਗਈ। ਵਾਹ ਸਿੱਖੋ, ਅੰਮ੍ਰਿਤਸਰ ਤੋਂ ਵੀ ਬੜੀਆਂ ਖਰੀਦਦਾ ਫਿਰਦਾ ਪਾਪੜ, ਤੇ ਅੰਮ੍ਰਿਤਸਰ ਦਾ ਤੈਨੂੰ ਪਤਾ ਹੀ ਨਹੀਂ ਲੱਗਿਆ। ਅੰਮ੍ਰਿਤਸਰ ਤੇ ਖਰੀਦੇ ਬੜੀਆਂ। ਹਜੂਰ ਸਾਹਿਬ ਗਏ, ਕਹਿੰਦੇ ਇੱਥੇ ਦੇ ਪਤੀਲੇ ਬਹੁਤ ਸੋਹਣੇ ਹੈ, ਪਤੀਲੇ ਲੈ ਚਲੋ। ਮੁਕਤਸਰ ਗਏ, ਕਹਿੰਦੇ ਇੱਥੇ ਜੁੱਤੀਆਂ ਬਹੁਤ ਸੋਹਣੀਆਂ ਬਣਦੀਆਂ, ਕੱਢੀਆਂ ਹੋਈਆਂ। ਵਾਹ, ਬਾਬੇ ਨਾਨਕ ਦੇ ਘਰ ਵਾਲੀ, ਉਹਦੀ ਭੈਣ, ਉਹਦੇ ਸਹੁਰੇ, ਉਹਦੇ ਨਾਨਕੇ, ਉਹਦੇ 2 ਪੁੱਤ ਦੁਨੀਆ ਦੇ ਤੀਰਥਾਂ ਤੇ ਘੁੰਮੀ ਗਿਆ, ਕੋਈ ਚੀਜ਼ ਨਹੀਂ ਖਰੀਦੀ, ਵਾਹਿਗੁਰੂ ਦਾ ਨਾਮ ਖਰੀਦਿਆ। ਅਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸ਼ਬਦ ਬਸ ਹੋਰ ਕੁਝ ਨਹੀਂ। ਜਿਸ ਭਗਤ ਨੂੰ ਮਿਲਿਆ ਉਹਦੀ ਬਾਣੀ ਲੈ ਲਈ, ਹੋਰ ਨਹੀਂ ਕੁਝ ਲਿਆ, ਉਹਦੇ ਸ਼ਬਦ ਇਕੱਠੇ ਕਰ ਲਏ। ਉਹੀ ਸ਼ਬਦ ਬਾਬਾ ਲਹਿਣਾ ਜੀ ਨੂੰ ਦੇ ਦਿੱਤੀ ਪੋਥੀ, ਇਹੀ ਚਲਦੀ ਗਈ। ਜਦੋਂ ਬੀੜ ਤਿਆਰ ਕਰਾਈ ਪੰਜਵੇਂ ਪਾਤਸ਼ਾਹ ਨੇ, ਉਹ ਬੀੜ ਫਿਰ 6ਵੇਂ 7ਵੇਂ 8ਵੇਂ 9ਵੇਂ 10ਵੇਂ ਇਹਨਾਂ ਗੁਰੂਆਂ ਦੇ ਕੋਲ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ ਉਲੱਥੇ ਰਹੇ। ਉਸ ਬੀੜ ਦੇ ਉਲੱਥੇ ਹੋ ਚੁੱਕੇ ਸੀ। ਜਦੋਂ ਮਹਾਰਾਜ ਬਾਹਰ ਜਾਂਦੇ ਸੀ, ਬੀੜ ਨਾਲ ਹੁੰਦੀ ਸੀ। ਸਾਰਿਆਂ ਕੋਲ ਬੀੜ ਬਾਣੀ ਕਰਤਾਰਪੁਰ ਸਾਹਿਬ ਵਾਲੀ, ਉਹਦੇ ਕਈ ਨਕਲਾਂ ਹੋ ਚੁੱਕੀਆਂ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ ਦਾ ਸੰਗ੍ਰਹਿ ਕੀਤਾ ਜੀ ਦੀ ਗੁਰਗੱਦੀ। ਕਿਉਂ ਕੀਤਾ? ਅੱਜ ਉਹਦੇ ਨਾਲੋਂ ਵੀ ਖਤਰਾ ਜ਼ਿਆਦਾ ਵੱਧ ਗਿਆ। ਇਹ ਬੀੜ 4 ਗੁਰੂਆਂ ਦੀ 5 ਦੀ ਬਾਣੀ ਸ਼ਬਦ ਕਿਉਂ ਇਕੱਠਾ ਕੀਤਾ? ਕਾਰਨ ਸੀ। ਨਰਵਾਰ ਸਾਹਿਬ ਦੀਵਾਨ ਲੱਗਦਾ ਹੁੰਦਾ ਸੀ, ਸੰਗਤਾਂ ਆਉਂਦੀਆਂ ਸੀ ਜਥੇ ਬੰਨ੍ਹ ਕੇ, ਪੈਦਲ ਸੀ ਨਾ ਸਭ, ਜਥੇ ਜਾਂਦੇ ਸੀ। ਤੇ ਸੰਗਤ ਦਾ ਇਹ ਸੁਭਾਅ ਹੁੰਦਾ ਸੀ, ਗੁਰੂ ਘਰ ਨੂੰ ਜਾਣਾ ਤੇ ਸ਼ਬਦ ਪੜ੍ਹਦੇ ਜਾਣਾ, ਆਉਂਦਿਆਂ ਨੇ ਵੀ ਸ਼ਬਦ ਪੜ੍ਹਦੇ ਆਉਣਾ। ਤੁਹਾਨੂੰ ਵੀ ਬੇਨਤੀ ਹੈ, ਇੱਧਰ ਨੂੰ ਤੁਰੋ, ਗੁਰੂ ਦੀ ਗੱਲ ਕਰਦੇ ਆਓ। 2 ਗੱਲਾਂ 'ਚ ਤੁਸੀਂ ਜਾਣੇ ਹੋ, ਕਿਸੇ ਦੇ ਵਿਆਹ 'ਚ ਜਾਣਾ, ਰਸਤੇ 'ਚ ਵਿਆਹ ਦੀਆਂ ਗੱਲਾਂ ਕਰਦੇ ਜਾਓ। ਕਿਸੇ ਦਾ ਅਫਸੋਸ ਕਰ ਜਾਣਾ, ਉਹਦੀਆਂ ਹੀ ਗੱਲਾਂ ਕਰੋਗੇ, ਕਿਹੋ ਜਿਹਾ ਸੀ। ਗੁਰੂ ਵੱਲ ਆਉਨੇ ਹੋ, ਗੁਰੂ ਦੀਆਂ ਗੱਲਾਂ ਕਰੇ ਕਰੋ। ਅਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਉਨੇ ਹੋ ਗੁਰਦੁਆਰੇ ਨੂੰ, ਰਸਤੇ ਵਿੱਚ ਵੀ ਚੇਅਰਮੈਨ ਬਣਾਉਂਦੇ ਆਈ ਜਾਂਦੇ। ਐਤਕੀ ਸਰਪੰਚ ਕਿਹੜਾ ਬਣੂਗਾ, ਐਤਕੀ MLA ਕਿਹੜਾ ਬਣੂ, ਚੱਲਿਆ ਕਿੱਥੇ ਨੂੰ ਹੈ, ਬਣਾਉਂਦਾ ਕੀ ਫਿਰਦੇ ਤੂੰ। ਜਦ ਜਾਓ ਉਦੋਂ ਜੋ ਇੱਥੇ ਸੁਣਿਆ ਨਾ, ਉਹਨੂੰ ਰਸਤੇ ਵਿੱਚ ਯਾਦ ਕਰੋ, 3-4 ਵਾਰ ਰਿਵਾਈਜ਼ ਕਰੋ, ਤਾਂ ਕਿ ਤੁਹਾਡੀ ਯਾਦ ਬਣ ਜਾਵੇ, ਤੁਹਾਡੇ ਕੋਲ। ਚੰਗੇ ਵਿਦਿਆਰਥੀ, ਹੁਣ ਤਾਂ ਚਲੋ ਬੱਸਾਂ 'ਚ ਜਾਂਦੇ, ਅਸੀਂ ਪੈਦਲ ਤੁਰ ਕੇ ਪੜ੍ਹੇ, ਮੈਂ ਪੈਦਲ ਤੁਰ ਕੇ ਪੜ੍ਹਿਆ। 10ਵੀਂ ਜਿੱਥੇ ਪੜ੍ਹਿਆ ਮੈਂ, 6 ਕੋਹ ਤੁਰਨਾ ਪੈਂਦਾ ਸੀ, 6 ਕੋਹ ਆਉਣਾ, 6 ਕੋਹ ਜਾਣਾ, ਜਿੱਥੇ 10ਵੀਂ ਪਾਸ ਕੀਤੀ। ਉਦੋਂ ਜਿੰਨੇ ਵੀ ਨਿਆਣੇ ਸੀ ਹੁੰਦੇ ਸੀ, ਜਾਂਦਿਆਂ ਨੇ ਉਹੀ ਸਬਕ ਯਾਦ ਕਰਦੇ ਜਾਣਾ ਜਿਹੜਾ ਮਾਸਟਰ ਨੇ ਸੁਣਨਾ, ਆਉਂਦਿਆਂ ਨੇ ਉਧਰੇ ਧਿਆਨ ਦੇਣਾ ਜਿਹੜਾ ਮਾਸਟਰ ਨੇ ਦੱਸਿਆ, ਉਹੀ ਗੱਲਾਂ ਕਰਨ, ਤਾਂ ਕਿ ਯਾਦ ਬਣ ਜਾਵੇ। ਆਪਾਂ ਛੱਡ ਦਿੱਤੀ ਗੱਲ ਇਹ। ਤੁਸੀਂ ਤਾਂ ਕਿਸੇ ਦਾ ਅਫਸੋਸ ਕਰਨ ਜਾਓਗੇ ਨਾ, ਥੱਪੜ ਥੁੱਪੜ ਵਿਛਾ ਕੇ ਬਹਿ ਜਾਂਦੇ। ਤੁਸੀਂ, ਤੁਹਾਡੇ ਕੋਲ ਟੇਪ ਰਿਕਾਰਡ ਲਾ ਦੇਵੇ ਉੱਥੇ, ਗੁਪਤ ਗੱਲਾਂ ਸੁਣੇ ਤੁਹਾਡੀਆਂ। ਉਹਨਾਂ ਦਾ ਬੰਦਾ ਮਰ ਗਿਆ, ਉੱਥੇ ਵੀ ਬੈਠੇ MLA ਬਣਾਈ ਜਾਂਦੇ, ਅੱਜ ਕੇ ਆਖੋ ਸਤਿਨਾਮ, ਉੱਥੇ ਵੀ ਬੈਠੇ ਵੋਟਾਂ ਪਾਈ ਜਾਂਦੇ। ਵੇਖੋ ਕਾਹਦਾ ਅਫਸੋਸ ਕਰਨ ਗਏ ਤੁਸੀਂ। ਆਉਂਦੇ ਸੀ ਜਥੇ, ਬਾਣੀ ਪੜ੍ਹਦੇ, ਕੀਰਤਨ ਕਰਦੇ। ਅੱਜ ਇੱਕ ਜਥਾ ਆਇਆ, ਉਹ ਵੀ ਸ਼ਬਦ ਪੜ੍ਹੇ। ਸ਼ਬਦ ਕਿਹੜਾ ਪੜ੍ਹੇ? ਜਿਹੜੇ ਅੱਜ ਕੱਲ੍ਹ ਪੜ੍ਹਦੇ। 1 ਤੁਕ ਬਾਣੀ ਦੀ 6 ਤੁਕਾਂ ਹੋਰ, 1 ਤੁਕ ਬਾਣੀ ਦੀ 6 ਤੁਕਾਂ ਹੋਰ। ਹੁਣ ਸਾਡੇ ਰਾਗੀਆਂ 'ਚ ਇਹ ਗੱਲ ਆ ਗਈ, 1 ਤੁਕ ਬਾਣੀ ਦੀ ਪੜ੍ਹਨਗੇ, 8 ਤੁਕਾਂ ਆਪਣੀਆਂ ਵਿੱਚ,
ਬਹੁਤ ਮਨ ਮਤ ਹੈ। ਬਾਣੀ ਵਿੱਚ ਤਾਂ ਅੱਖਰ ਲਾ ਕੰਨਾ ਵੀ ਪਾਉਣਾ ਸਾਨੂੰ ਹੁਕਮ ਨਹੀਂ ਹੈ, ਅਸੀਂ ਆਪਣੀ ਕਵਿਤਾ ਵਿੱਚ ਪਾ ਦਿੱਤੀ। ਜੇ ਬਾਣੀ ਦਾ ਸ਼ਬਦ ਪੜ੍ਹਨਾ ਕੇਵਲ ਬਾਣੀ ਦਾ ਪੜ੍ਹੋ, ਜੇ ਕਵਿਤਾ ਪੜ੍ਹਨੀ ਹੈ ਕੇਵਲ ਬਾਣੀ ਕਵਿਤਾ ਪੜ੍ਹੋ। ਕਵਿਤਾ ਦਾ ਬਾਣੀ ਵਿੱਚ ਰਲਾਉਣ ਦਾ ਕੀ ਮਤਲਬ? ਕੱਚੀ ਤੇ ਪੱਕੀ ਬਾਣੀ। ਇਹ ਕੱਲ ਉਦੋਂ ਹੋਈ ਜਥਾ ਆਇਆ, ਉਹ ਇਹੀ ਜਿਹੀ ਬਾਣੀ ਪੜ੍ਹੇ, ਇੱਕ ਤੁਕ ਬਾਬੇ ਦੀ ਚਾਰ ਆਪਣੀਆਂ। ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਬਾ ਬੁੱਢਾ ਜੀ ਇਹ ਕਿਹਦੀ ਬਾਣੀ ਪੜ੍ਹਦੇ ਨੇ? ਇਹ ਗੁਰੂ ਦੀ ਤਾਂ ਬਾਣੀ ਹੈ ਨਹੀਂ। ਬਾਬਾ ਬੁੱਢਾ ਜੀ ਵੀ ਬ੍ਰਹਮ ਗਿਆਨੀ ਸੀ। ਉਹ ਕਹਿੰਦੇ ਗੁਰੂ ਅਰਜਨ ਦੇਵ ਕੋਈ ਫਿਕਰ ਨਾ ਕਰੋ, ਤੇਰੇ ਸਕੇ ਭਾਈ ਦੀ ਉਹ ਹੈ ਖੋ ਸਾਧਨਾ। ਉਹ ਜਾਣਦੇ ਸੀ। ਪਤਾ ਤੁਹਾਨੂੰ ਕਿਹਨੇ ਬਾਣੀ ਲੜਾਈ ਹੈ? ਪਹਿਲਾਂ ਗੁਰੂ ਅਰਜਨ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ। ਉਹਨੇ ਲੜਾਈ ਹੈ ਕੱਚੀ ਬਾਣੀ ਬਾਣੀ ਦੇ ਵਿੱਚ। ਕਿਉਂ? ਜਦੋਂ ਗੱਦੀ ਨਾ ਮਿਲੀ ਨਾ, ਪਹਿਲਾਂ ਮੁਕੱਦਮੇ ਕੀਤੇ, ਗੋਲੀਆਂ ਚਲਾਈਆਂ ਮਹਾਰਾਜ ਤੇ, ਬਹੁਤ ਕੁਝ ਕੀਤਾ। ਪੱਗ ਤਾਰ ਲਈ ਮਹਾਰਾਜ ਦੀ ਸੰਗਤ 'ਚ ਬੈਠਿਆਂ ਦੀ ਪ੍ਰਿਥੀ ਚੰਦ ਨੇ। ਕੁਝ ਵੀ ਨਾ ਚੱਲਿਆ, ਕਿਉਂਕਿ ਕੂੜ ਨਿਖੋਟੇ ਨਾਨਕਾ ਓੜਕ ਸੱਚ। ਫਿਰ ਜੇ ਕੋਈ ਚਾਰਾ ਨਾ ਚੱਲਿਆ, ਲਾਹੌਰ ਤੇ ਅੰਮ੍ਰਿਤਸਰ ਦੇ ਵਿਚਾਲੇ ਇੱਕ ਪਿੰਡ ਹੈ ਹੇਰਾਂ, ਉੱਥੇ ਵਿਆਹਿਆ ਹੋਇਆ ਸੀ ਪ੍ਰਿਥੀ ਚੰਦ। ਉਹ ਲਾਉਂਦੇ ਸੀ ਪੱਠੇ, ਅਮੀਰ ਸੀ। ਉੱਥੇ ਚਲੇ ਗਏ। ਇੱਟਾਂ ਉਹਨਾਂ ਨੇ ਦੇਤੀਆਂ, ਪੈਸੇ ਅੰਮ੍ਰਿਤਸਰ ਦੇ ਚੱਕ ਕੇ ਲੈ ਗਏ ਸੀ ਚੜਾਵਾ। ਕਹਿੰਦਾ ਕੋਈ ਗੱਲ ਨਹੀਂ, ਜੇ ਮੇਰਾ ਬਾਪੂ ਸਰੋਵਰ ਬਣਾ ਸਕਦਾ ਮੈਂ ਵੀ ਸਰੋਵਰ ਬਣਾਉਂਗਾ। ਜੇ ਮੇਰਾ ਭਾਈ ਬੀੜ ਰਚ ਸਕਦਾ ਮੈਂ ਵੀ ਬੀੜ ਰਚੂੰਗਾ। ਜੇ ਮੇਰਾ ਭਾਈ ਹਰਮੰਦਰ ਬਣਾ ਸਕਦਾ ਮੈਂ ਵੀ ਹਰਮੰਦਰ ਬਣਾਉਂਗਾ। ਇਹ ਤਿੰਨ ਚੀਜ਼ਾਂ ਅੱਜ ਦੇਖਿਓ ਜਾ ਕੇ, ਜਿਹਨੇ ਦੇਖਣੀ ਹੈ ਅੱਜ ਖੜੀਆਂ। ਇਹਨੇ ਸਹੁਰੇ ਪਿੰਡ ਡੁਪਲੀਕੇਟ ਸਰੋਵਰ ਬਣਾਇਆ, ਉਹ ਵੀ ਅੱਜ ਹੈਗਾ। ਤੇ ਸਰੋਵਰ ਦੇ ਵਿੱਚ ਡੁਪਲੀਕੇਟ ਹਰਮੰਦਰ ਬਣਾਇਆ, ਅੱਜ ਖੜਾ ਇਹਦੇ ਸਹੁਰੀ ਪਿੰਡ ਹੇਰੇ। ਤੇ ਬੀੜ ਵੀ ਆਪਣੀ ਰਚੀ ਕੱਚੀ ਬਾਣੀ ਵਿੱਚ ਪਾ ਕੇ, ਥੋੜੀ ਜਿਹੀ ਬਾਣੀ ਮਹਾਰਾਜ ਦੀ, ਉਹ ਬੀੜ ਵੀ ਅੱਜ ਪਈ ਹੈ ਉੱਥੇ ਪਿੰਡ ਹੇਰਾਂ ਦੇ ਵਿੱਚ। ਇਹਦਾ ਪੁੱਤ ਹੋਇਆ ਮਿਹਰਬਾਨ, ਉਹਨੇ ਵੀ ਸ਼ਬਦ ਬੀੜ ਵਿੱਚ ਚੜਾਏ। ਪ੍ਰਿਥੀ ਚੰਦ ਤੇ ਮਿਹਰਬਾਨ ਦੀ ਬਾਣੀ ਹੈ ਉਸ ਬੀੜ ਦੇ ਵਿੱਚ, ਉਹ ਪੜ੍ਹਦੇ ਸੀ। ਬਾਬਾ ਬੁੱਢਾ ਜੀ ਜਾਣਦੇ ਸੀ, ਕਹਿੰਦੇ ਤੇਰੇ ਭਾਈ ਦੀ ਉਹ ਹੈ, ਕੋਈ ਫਿਕਰ ਨਹੀਂ। ਉੱਥੋਂ ਫਿਰ ਸੋਚਿਆ ਮਹਾਰਾਜ ਨੇ, ਜੇ ਹੁਣ ਬਾਣੀ ਨਾ ਸਾਂਭੀ ਬਾਣੀ ਵਿੱਚ ਰਲਾ ਪੈ ਜਾਊਗਾ, ਗੜਬੜ ਹੋ ਜੂ। ਫਿਰ 5 ਸਿੱਖ ਭੇਜੇ ਗੋਇੰਦਵਾਲ ਸਾਹਿਬ, ਜਾਓ ਬਾਣੀ ਦੀਆਂ ਪੋਥੀਆਂ ਲਿਆਓ। ਉਹ ਬਾਬਾ ਮੋਹਨ ਜੀ ਕੋਲ ਸੀ। ਚੁਬਾਰਾ ਸਾਹਿਬ ਗੁਰਦੁਆਰੇ ਤੁਸੀਂ ਦਰਸ਼ਨ ਕਰੇ ਹੋਣੇ, ਮੋਹਨ ਦੇ ਚੁਬਾਰੇ। ਪਰ ਭੁਲੇਖਾ ਨਾ ਖਾਇਓ, ਉਹ ਮੋਹਨ ਨੇ, ਬਾਬੇ ਮੋਹਨ ਨੇ ਆਪਣੇ ਖਾਤਰ ਨਹੀਂ ਸੀ ਲਏ ਚੁਬਾਰੇ, ਨਹੀਂ, ਉਹ ਪੋਥੀਆਂ ਦੇ ਸਤਿਕਾਰ ਖਾਤਰ ਲਏ ਸੀ। ਅਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਾਲੰਗ ਢਾ ਕੇ ਪੋਥੀਆਂ ਬਿਰਾਜਮਾਨ ਕਰਕੇ ਆਪ ਭੁੰਜੇ ਪੈਂਦੇ ਹੁੰਦੇ ਸੀ ਬਾਬਾ ਮੋਹਨ ਜੀ। ਕੁਛ ਵਾਰੇ ਪੋਥੀਆਂ ਦੇ ਸਤਿਕਾਰ ਕਰਕੇ ਸਿੱਖ ਭੇਜੇ। ਉਹ ਫਕਰ ਸੀ, ਸਮਾਧੀ ਲਾ ਲੈਂਦੇ ਸੀ। ਹਾਕਾਂ ਮਾਰਨ ਨਾ ਬੋਲੇ, ਤਖਤੇ ਤਖੁਤੇ ਖੜਕਾਏ ਸਵਾਰ ਕੇ, ਫਿਰ ਵੀ ਨਾ ਉੱਠੇ, ਸਮਾਧੀ ਲੱਗੀ ਰਹੀ। ਮੁੜਿਆ ਇਹ ਖਾਲੀ। 5ਵੇਂ ਪਾਤਸ਼ਾਹ ਕਹਿੰਦੇ ਪੋਥੀਆਂ, ਬਾਬਾ ਬੁੱਢਾ ਸਾਹਿਬ ਕਹਿੰਦੇ ਤੁਸੀਂ ਪੋਥੀਆਂ ਡੀਕਦੇ ਆ, ਉਹਨੇ ਤਾਂ ਕੁੰਡਾ ਹੀ ਨਹੀਂ ਖੋਲਿਆ। ਕੋਸਾ ਤੇ ਉਹਦਾ ਬੋਲਿਆ ਹੀ ਨਹੀਂ ਸਾਡੇ ਨਾਲ। ਸਤਿਗੁਰ ਕਹਿੰਦੇ ਤੁਹਾਨੂੰ ਮੰਗਣਾ ਨਹੀਂ ਆਇਆ। ਇੱਥੇ ਇੱਕ ਗੱਲ ਯਾਦ ਰੱਖਿਓ, ਹੱਥ ਤੋਂ ਦੇ ਦੇਣਾ ਬਹੁਤ ਸਖਾਲਾ ਹੈ, ਮੰਗਣਾ ਬਹੁਤ ਔਖਾ ਹੈ। ਕੁੜਮਾ ਕੜਮਾ ਤੇ ਤੁਸੀਂ ਮੰਗ ਕੇ ਮਰੂਤੀ ਲੈ ਲਿਓ, ਮਰੂਤੀ ਆ ਜੂਗੀ। ਕੁੜਮ ਨਹੀਂ ਗਏ ਆਏ, ਅਜ ਕੇ ਆਖੋ ਸਤਿਨਾਮ। ਮਾਂ ਮਰੂਤੀ ਹੋ ਰਹੇਗੀ, ਤੇਲ ਪਾਈ ਜਾਇਓ, ਰਿਸ਼ਤੇਦਾਰੀ ਨਹੀਂ ਰਹੂਗੀ। ਮੰਗਣਾ ਬਸ ਖਤਮ ਹੋਣਾ ਆਪਣੇ ਆਪ ਨੂੰ। ਮਹਾਰਾਜ ਕਹਿੰਦੇ ਮੰਗਤ ਮਾਣ ਨਾ ਪਾਇਆ।
ਪੰਡਤ ਗੁਲਾਬ ਸਿੰਘ ਜੀ ਮਹਾਰਾਜ ਦੇ ਆਤਮ ਰਮਾਇਣ ਵਿੱਚ ਲਿਖਦੇ ਨੇ, ਮਾਣ ਘਟੈ ਕਿਛ ਮੰਗਣ ਤੇ, ਪ੍ਰੀਤ ਘਟੈ ਨਿਤ ਮੀਤ ਕੇ ਜਾਏ। ਕੈਸੇ ਬਚਨ, ਮੰਗ ਲੋ ਇੱਜ਼ਤ ਗਈ, ਮਿੱਤਰ ਦੇ ਨਿਤ ਜਾਣ ਲੱਗ ਜੋ ਪ੍ਰੀਤ ਗਈ। ਕਦੇ ਕਦੇ ਜਾਓ। ਮੇਰੇ ਹਾਣਦਿਆਂ ਨੂੰ ਪਤਾ ਹੈ ਕਿ ਜਿਸ ਪਿੰਡ ਕੁੜੀ ਮੰਗਦੀ ਏ ਨਾ, ਉਸ ਪਿੰਡ ਦੇ ਰਸਤੇ ਨੂੰ ਵੀ ਨਹੀਂ ਸੀ ਲੰਘਦੇ ਹੁੰਦੇ ਬਜ਼ੁਰਗ। ਬਿੰਗ ਪਾ ਕੇ ਆ ਜਾਣਗੇ, ਉਸ ਪਿੰਡ ਨੂੰ ਨਹੀਂ ਲੰਘਣਗੇ ਜਿੱਥੇ ਕੁੜੀ ਮੰਗੀ ਹੋਈ ਹੈ। ਕੋਈ ਸਵਿਧਾਨ ਸੀ। ਹੁਣ ਗਾਂਧਲ ਚੌਥ ਹੋਈ ਵੀ ਹੈ, ਤਾਂ ਹੀ 7ਵੇਂ ਦਿਨ ਡਾਂਗ ਖੜਕਦੀ ਹੈ। ਅੱਜ ਕੇ ਆਖੋ ਸਤਿਨਾਮ। ਰੀਤੀਆਂ ਛੱਡ ਦਿੱਤੀਆਂ ਆਪਾਂ ਨੇ, ਮਰਜ਼ਾਦਾ ਛੱਡ ਦਿੱਤੀ। ਪ੍ਰੀਤ ਘਟੈ ਨਿਤ ਮੀਤ ਕੇ ਜਾਏ। ਮੰਗਣਾ ਨਹੀਂ ਆਇਆ ਸਾਨੂੰ, ਇਹ ਤਾਂ ਸਭ ਕੁਝ ਦੇਣ ਨੂੰ ਤਿਆਰ ਹੈ। ਮੰਗਣਾ ਕਿਹਨੂੰ ਆਉਂਦਾ? ਗਰੀਬ ਆਪਣਾ ਆਪ ਗਵਾ ਲਵੇ, ਉਹ ਮੰਗ ਸਕਦਾ। ਆਪਾਂ ਮੰਗਦੇ ਹਾਂ, ਪਰ ਬਰਾਬਰ ਐਨ ਧਿਰ ਬਣੇ ਹੋਏ ਆ ਰੱਬ ਦੀ। ਤੂੰ ਮੈਨੂੰ ਰਾਜੀ ਕਰ, ਮੈਂ ਅਖੰਡ ਪਾਠ ਕਰਾਊਂਗਾ। ਗੱਜ ਕੇ ਆਖੋ ਸਤਿਨਾਮ। ਤੂੰ ਮੇਰਾ ਕੰਮ ਕਰਾ, ਮੈਂ ਦੇ ਕਰਾਊਂਗਾ। ਭਾਵ ਰੱਬ ਨੂੰ ਵੀ ਕਹਿੰਦੇ ਆ, ਮੈਂ ਵੀ ਕੁਛ ਕਰਨ ਜੋਗਾ ਹੈਗਾ। ਕਿਤੇ ਐ ਨਾ ਕਹੀਂ ਉਹੀ ਤੁਰਿਆ ਫਿਰਦਾ। ਨਾ ਨਾ ਨਾ, ਉੱਥੇ ਤਾਂ ਬਸ ਆਪ ਛੋੜ ਬੇਨਤੀ ਕਰੋ, ਨਿਕਲ ਜੋ ਵਿੱਚੋਂ। ਫਿਰ ਅਰਦਾਸ। ਗੁਰੂ ਅਰਜਨ ਆਪ ਗਏ, ਫਿਰ ਸਮਾਧੀ ਲੱਗੀ ਹੋਈ। ਸ਼ਬਦ ਸੁਰਤ ਦਾ ਮੇਲ। ਇਹ ਵੀ ਯਾਦ ਰੱਖਿਓ, ਗੁਰੂ ਅਰਜਨ ਦੇਵ ਜੀ ਨੂੰ ਉਹਦੇ ਵੱਡੇ ਮਾਮੇ ਮੋਹਨ ਜੀ ਨੇ ਸ਼ਬਦ ਸੁਰਤ ਦਾ ਧਿਆਨ ਦੀ ਸਬਕ ਵਿਦਿਆ ਪੜ੍ਹਾਈ ਸੀ। ਗੁਰੂ ਅਰਜਨ ਜੀ ਨੇ ਆਪ ਪੜ੍ਹੀ ਆਪਣੇ ਮਾਮੇ ਤੋਂ। ਮੋਹਨ ਜੀ ਮਾਮੇ ਸੀ ਮਹਾਰਾਜ ਦੇ, ਬੈਠੇ ਰਹਿੰਦੇ ਸੀ ਸਮਾਧੀ। ਮਹਾਰਾਜ ਨੇ ਵੇਖਿਆ ਇਹਦੀ ਸੁਰਤ ਸ਼ਬਦ ਕੋਲ ਪੁੱਜੀ ਹੋਈ ਹੈ। ਜੇ ਮੋੜੂਗਾ ਤਾਂ ਸ਼ਬਦੇ ਮੋੜੂਗਾ। ਬਾਪੇ ਪੂੰਝੇ ਹੀ ਬਹਿ ਗਏ, ਸਰੰਦਾ ਫੜ ਲਿਆ। ਫਿਰ ਉਹ ਸ਼ਬਦ ਦੀ ਉਹ ਧੁਨ ਮਾਰੀ। ਉਹ ਸ਼ਬਦ ਫਿਰ ਜਿਹੜਾ ਉਚਾਰਨ ਕੀਤਾ, ਉੱਚੇ ਮੰਦਰ ਚੁਬਾਰੇ ਤੇਰੇ ਸ਼ੋਭਦੇ, ਮਿੱਠੀ ਤੇਰੀ ਬਾਣੀ ਮੋਹਣਾ। ਮੰਦਰ ਚੁਬਾਰੇ ਤੇਰੇ ਸ਼ੋਭਦੇ, ਮਿੱਠੀ ਤੇਰੀ ਬਾਣੀ ਮੋਹਣਾ। ਮੇਰੇ ਪਿਆਰੇ ਮਿੱਠੀ ਤੇਰੀ ਬਾਣੀ, ਪਿਆਰੇ ਜੀ ਮਿੱਠੀ ਤੇਰੀ ਬਾਣੀ ਮੋਹਣਾ। ਉੱਚੇ ਮੰਦਰ ਚੁਬਾਰੇ ਤੇਰੇ, ਚੁਬਾਰੇ ਤੇਰੇ ਸ਼ੋਭਦੇ, ਮਿੱਠੀ ਤੇਰੀ ਬਾਣੀ ਮੋਹਣਾ। ਮੰਦਰ ਚੁਬਾਰੇ ਤੇਰੇ, ਮਿੱਠੀ ਤੇਰੀ ਬਾਣੀ ਮੋਹਣਾ। ਬਸ ਸ਼ਬਦ ਸੁਰਤ, ਸ਼ਬਦ ਗਾਇਨ ਕੀਤਾ। ਸੱਟ ਵੱਜੀ ਸੁਰਤ ਤੱਕ ਸ਼ਬਦ, ਤੇ ਸ਼ਬਦ ਸੁਰਤ ਤੱਕ, ਦੋਹਾਂ ਦਾ ਮੇਲ। ਹੁਣ ਜੇ ਤੁਸੀਂ ਇੱਥੇ ਸੁੱਤੇ ਪਏ ਹੋ ਨਾ ਬਹੁਤ ਗੂੜੀ ਨੀਂਦ ਵਿੱਚ, ਤੁਹਾਨੂੰ ਕਵੇਲੇ ਕੋਈ ਠਾਲ ਦੇਵੇ, ਕਿੱਡਾ ਹੀ ਮਿੱਤਰ ਹੋਵੇ,
ਫਿਰ ਪਾਣੀ ਪੁੱਛਣ ਨੂੰ ਵੀ ਜੀ ਨਹੀਂ ਕਰਦਾ। ਅਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਔਖੇ ਹੋ ਜਾਓਗੇ। ਉਹ ਤਾਂ ਰੱਬ ਨਾਲ ਜੁੜੀ ਹੋਈ ਨਾ ਆਨੰਦ, ਗੁੱਸਾ ਆਉਣਾ ਹੀ ਸੀ। ਮੇਰੀ ਸਮਾਧੀ ਖੋਲ ਦਿੱਤੀ, ਆਨੰਦ ਤੋੜ ਦਿੱਤਾ। ਫਿਰ ਝੁਕ ਕੇ ਵੇਖਿਆ ਤਾਕੀ ਥਈ, ਕੌਣ ਆ ਗਿਆ ਇੱਥੇ ਕੀਰਤਨ ਕਰਨ ਵਾਲਾ? ਜਦ ਦੇਖਿਆ ਸਕਾ ਹੀ ਭਾਣਜਾ, ਗੁਰੂ ਅਰਜਨ ਸਕੇ ਭਾਣਜੇ ਸੀ, ਮਾਮੇ ਭਾਣਜੇ ਦਾ ਰਿਸ਼ਤਾ। ਬਾਬੇ ਸੋਹਣੀਆਂ ਖਰੀਆਂ ਖਰੀਆਂ ਸੁਣਾਈਆਂ, ਕਿਹੜੀਆਂ ਗੱਲਾਂ। ਗੱਦੀ ਤੁਸੀਂ ਲੈ ਗਏ, ਸ਼ਹਿਰ ਤੁਸੀਂ ਵਸਾ ਲਏ ਜਾ ਕੇ, ਸੰਗਤ ਤੁਹਾਡੇ ਕੋਲ ਜਾਵੇ, ਚੜਾਵਾ ਤੁਹਾਨੂੰ ਚੜੇ। ਹੁਣ ਰਾਗ ਸੁਣਾਉਣ ਮੈਨੂੰ ਆਇਆ ਹੈ, ਅਜ ਕੇ ਆਖੋ ਸਤਿਨਾਮ। ਹੁਣ ਬੰਦਗੀ ਵੀ ਨਹੀਂ ਕਰਨ ਦਿੰਦਾ, ਸਭ ਕੁਝ ਤਾਂ ਤੁਸੀਂ ਲੈ ਗਏ। ਇੱਥੇ ਕੀ ਹੈ ਫਕੀਰਾਂ ਦੇ ਕੋਲ? ਕੌੜੇ ਜਿਹੇ ਬਚਨ ਬੋਲੇ। ਪਰ ਕੀ ਫਰਕ ਹੈ ਮਲੇਰ ਕੋਟੜੇ ਵਾਲਿਓ, ਜੇ ਸਾਰੇ ਮਲੇਰ ਕੋਟੜਿਆਂ ਦੇ ਚੁੱਲ੍ਹੇ ਇਕੱਠੇ ਕਰਕੇ ਤੁਸੀਂ ਅੱਗ ਉਹ ਨਹਿਰ ਵਿੱਚ ਗੇਰੇ ਹੋ। ਨਹਿਰ ਦਾ ਵਿਗੜਨਾ ਕੱਖ ਨਹੀਂ, ਅੱਗ ਦਾ ਰਹਿਣਾ ਕੱਖ ਨਹੀਂ। ਅਜ ਕੇ ਆਖੋ ਸਤਿਨਾਮ। ਇਹ ਆਪਣੇ ਤੇ ਲਾ ਲਿਓ, ਆਪਣੇ ਤੇ। ਸ੍ਰੀ ਗੁਰੂ ਅਰਜਨ ਦੇਵ ਸ਼ਾਂਤੀ ਦੇ ਸਮੁੰਦਰ, ਕੀ ਫਰਕ ਸੀ ਉੱਥੇ? ਜਦੋਂ ਮਾਮਾ ਜੀ ਚੁੱਪ ਕਰ ਗਏ ਨਾ, ਗੱਲਾਂ ਕਹਿ ਕੇ ਕੌੜੀਆਂ ਦੀਆਂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੂਆ ਸ਼ਬਦ ਉਚਾਰਤਾ। ਕੈਸਾ ਸ਼ਬਦ? ਕਹਿੰਦੇ ਮਾਮਾ ਜੀ ਚੁੱਪ ਨਾ ਕਰੋ, ਤੁਹਾਡੇ ਬਚਨ ਬਹੁਤ ਮਿੱਠੇ ਨੇ, ਥੋੜੇ ਜਿਹੇ ਹੋਰ ਸੁਣਾਓ। ਮੋਹਨ ਤੇਰੇ ਬਚਨ ਅਨੂਪ, ਇਹ ਜੇ ਸੋਹਣੇ ਬਚਨ ਤਾਂ ਕਦੇ ਸੁਣੇ ਹੀ ਨਹੀਂ, ਹੋਰ ਸੁਣਾਓ। ਇਹੀ ਤਰੀਕਾ ਹੈ ਇੱਕ, ਬਸ ਲੈ ਜਾਓਗੇ ਘਰ ਨੂੰ। ਜੇ ਕੋਈ ਕੌੜਾ ਬੋਲਦਾ ਮੂਹਰੇ ਤੋਂ ਮਿੱਠਾ ਬੋਲ ਲਓ, ਪਰ ਆਪਾਂ ਨੇ ਨਹੀਂ ਕੰਮ ਕਰਨਾ ਹੈ। ਕਿਤੇ ਤੁਹਾਡੇ ਘਰ ਵਾਲੀ ਤੇ ਮਿਰਚਾਂ ਪੈ ਜਾਣ ਨਾ, ਸਾਗ 'ਚ ਜ਼ਿਆਦੇ, ਦਾਲ 'ਚ, ਫਿਰ ਇਲਾਜ ਤਾਂ ਇਹੀ ਹੈ, ਉਹਨੂੰ ਕਹਿ ਦਿਓ ਗੁੜ ਦੀ ਰੋੜੀ ਦੇ ਦੇ, ਚੀਨੀ ਦੇ ਦੇ, ਇਹੀ ਇਲਾਜ ਹੈ ਨਾ ਹੈ। ਪਰ ਤੁਸੀਂ ਗੁੜ ਥੋੜੋ ਮੰਗਣਾ, ਉਹ ਤੇ ਲਾਲ ਪੈ ਗਈਆਂ, ਤੁਸੀਂ ਭੂਰੀਆਂ ਪਾ ਦੇਣੀਆਂ। ਅੱਜ ਕੇ ਆਖੋ ਸਤਿਨਾਮ। ਤੁਸੀਂ ਮਿਰਚਾਂ ਨੂੰ ਮਿਰਚਾਂ ਨਾਲ ਹਟਾਓਗੇ, ਕਦੇ ਮਿਰਚਾਂ ਨਾਲ ਹਟੀਆਂ। ਜੇ ਕੋਈ ਕੌੜਾ ਬੋਲਦਾ ਥੋੜੇ ਜਿਹੇ ਮਿੱਠੇ ਬੋਲ ਪੋ। ਗੁਰੂ ਅਰਜਨ ਕਹਿੰਦੇ ਹੋਰ ਸੁਣਾ, ਬੜੇ ਮਿੱਠੇ ਬਚਨ ਨੇ ਤੇਰੇ। ਬਸ ਫਿਰ ਆ ਗਏ ਹੇਠ। ਇਹ ਵੀ ਲਿਖਿਆ ਪੁਰਾਣੇ ਗ੍ਰੰਥਾਂ ਵਿੱਚ, ਮਾਮਾ ਮੱਥਾ ਟੇਕਣ ਲੱਗਿਆ ਭਾਣਜੇ ਨੂੰ, ਸ੍ਰੀ ਗੁਰੂ ਅਰਜਨ ਦੇਵ ਨੇ ਸਿਰ ਫੜ ਲਿਆ। ਮਾਮਾ ਜੀ ਤੁਸੀਂ ਮੈਨੂੰ ਪੜ੍ਹਾਇਆ, ਤੁਸੀਂ ਮੈਨੂੰ ਪਾਲਿਆ, ਇਹ ਤਾਂ ਮੇਰਾ ਕੰਮ ਹੈ। ਦੱਸ ਕੀ ਹੁਕਮ ਹੈ, ਕੀ ਸੇਵਾ ਹੈ? ਬਹੁਤ ਸਿਆਣੇ ਬੈਠੇ ਹੋ, ਪੋਥੀਆਂ ਨਹੀਂ ਮੰਗੀਆਂ, ਨਹੀਂ ਮੰਗੀ, ਕਿਹਾ ਹੀ ਨਹੀਂ ਪੋਥੀਆਂ ਦੇ ਦਿਓ। ਕੀ ਕਿਹਾ? ਮਾਮਾ ਜੀ ਤੁਹਾਡੇ ਕੋਲ ਵੱਡਿਆਂ ਦਾ ਨਿਵਾਸ ਹੈ, ਮੈਨੂੰ ਵੀ ਦਰਸ਼ਨ ਕਰਾ ਦਿਓ। ਮੰਗਣਾ ਆ ਗਿਆ। ਇਹਦੀ ਮੈਂ ਤੁਹਾਨੂੰ ਇੱਕ ਪੇਂਡੂ ਜੀ ਮਿਸਾਲ ਦਿੰਦਾ, ਕਿਉਂਕਿ ਮੇਰੇ ਨਾਲ ਵਰਤੀ ਵੀ ਇਹ ਗੱਲ ਹੈ। ਕਦੇ ਤੁਹਾਡੀ ਬੈਰਿੰਗ ਟੁੱਟ ਜਾਵੇ ਨਾ ਟਰਾਲੀ ਦਾ, ਗੰਨਾ ਗੁੰਨਾ ਲੱਦਿਆ ਹੋਵੇ, ਕਣਕ, ਫਿਰ ਆਂਢੀ ਗੁਆਂਢੀ ਤੇ ਉਹ ਲਾਉਂਗੇ ਨਾ ਮੰਗ ਕੇ। ਮੰਗੇ ਉਹਨਾਂ ਉਹਦੇ ਘਰ ਚਲੇ ਜਾਓ ਜਿਹਦੀ ਟਰਾਲੀ ਤੁਸੀਂ ਲੈਣੀ ਹੈ। ਟਰਾਲੀ ਦੀ ਗੱਲ ਨਾ ਕਰਿਓ, ਬੈਠੇ ਹੋ ਜਾ ਕੇ, ਅਗਲਾ ਜਲ ਪਾਣੀ ਪੁੱਛੂ, ਫਿਰ ਤੁਹਾਨੂੰ ਆਪੇ ਪੁੱਛੂਗਾ ਕਿੱਧਰ ਆਏ। ਫਿਰ ਦੇਖੇ ਹੋ ਗੰਨਾ ਲਈ ਜਾਂਦੇ ਤੇ ਬੈਰਿੰਗ ਟੁੱਟ ਗਿਆ, ਉਹਨੇ ਆਪੇ ਕਹਿ ਦੇਣਾ ਮੇਰੀ ਵਾਲੀ ਦੇ ਜਾਓ। ਮੰਗਣ ਦੀ ਲੋੜ ਹੀ ਨਹੀਂ ਪਈ। ਮੰਗਣ ਦਾ ਜੇ ਕਿਤੇ ਤੁਸੀਂ ਜਾਂਦਿਆਂ ਨਹੀਂ ਕਹਿਤਾ ਨਾ ਮੇਰੇ ਵਾਲੀ ਦਾ ਬੈਰਿੰਗ ਟੁੱਟ ਗਿਆ, ਉੱਥੇ ਖੜੀ ਹੈ, ਉਹਨੇ ਜਦੇ ਸਮਝ ਜਾਣਾ ਮੇਰੇ ਵਾਲੀ ਦਾ ਵੀ ਤੋੜਨਗੇ। ਹੌਲੀ ਦੇ ਕੇ ਤੁਹਾਨੂੰ ਕਹਿ ਦੇਣਾ ਲੈ ਤਾਂ ਜਾਂਦਾ, ਮੇਰੇ ਵਾਲੀ ਵੀ ਚੂੰ ਚੂੰ ਕਰਦੀ ਹੈ। ਅਜ ਕੇ ਆਖੋ ਸਤਿਨਾਮ। ਮੰਗਣਾ ਸਿੱਖੋ, ਮੰਗਣਾ ਸਿੱਖੋ। ਫਿਰ ਪੋਥੀਆਂ ਮੰਗੀਆਂ ਹੀ ਨਹੀਂ, ਟਰਾਲੀ ਮੰਗਣ ਦੀ ਲੋੜ ਹੀ ਨਹੀਂ। ਤੁਸੀਂ ਬੈਠੋ ਤਾਂ ਸਹੀ ਜਾ ਕੇ, ਉਹ ਇੱਥੇ ਕੁਝ ਮੰਗਣ ਦੀ ਲੋੜ ਨਹੀਂ, ਤੁਸੀਂ ਆ ਕੇ ਬੈਠ ਤਾਂ ਜਾਓ। ਅਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ।
किते मां दे कोल बच्चा बैठ जावे, मंगण की लोड़ नहीं, सब कुछ आपे दे दूगी, आपे दे दो। इत्थे बैठो, आओ सही, ले जाओ पोथियां। फिर देख लो 27 मील मिने होए हैं गोइंदवाल साहब तो अंबरसर साहब, नंगे पैरी तुरे गुरु अर्जन। चौर कर दे रामसर साहब भीड़ तैयार की थी, ਜਿਹੜੀ ਗੁਰਗੱਦੀ ਦਾ ਆਪਾਂ ਮਨਾ ਰਹੇ ਹਾਂ। ਬਸ ਕੱਲ ਨੂੰ ਤੁਹਾਡੇ ਦਿਨ ਸਮਾਪਤੀ ਦਾ ਦੀਵਾਨ ਹੈ। ਸਿੰਘ ਸਾਹਿਬ ਵੀ ਆ ਰਹੇ ਨੇ, ਯਾਨੀ ਗੁਰਬਚਨ ਸਿੰਘ ਜੀ, ਜੋ ਹੈਡ ਗ੍ਰੰਥੀ ਵੀ ਡਿਊਲ ਚਾਰਜ ਹੈ ਜਿਨ੍ਹਾਂ ਦੇ ਕੋਲ। ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਵੀ ਹੈ ਤੇ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਵੀ ਹੈ। ਉਹ ਵੀ ਤੁਹਾਡੇ ਦਰਸ਼ਨ ਕਰਨ ਆ ਰਹੇ ਨੇ। ਉਦਮ ਕੀਤਾ ਗੁਰਮੁਖ ਪਿਆਰਿਆਂ ਨੇ, ਲਾਹੇ ਲਿਓ। ਅੱਜ ਮੈਂ ਥੋੜ੍ਹਾ ਜਿਹਾ ਲੇਟ ਆਇਆ ਤੁਹਾਡੇ ਚਰਨਾਂ ਵਿੱਚ। ਸਿੰਘ ਸਾਹਿਬ ਤੋਂ ਪਹਿਲਾਂ ਮੈਨੂੰ ਆਉਣਾ ਚਾਹੀਦਾ ਸੀ, ਪਰ ਉੱਧਰ ਵੀ ਸੰਗਤ ਦਾ ਬਚਨ ਮੰਨਣਾ ਪੈਂਦਾ। ਇਹ ਜਿਹੜੀ ਸ਼ਹਿਰਾਂ ਦੀ ਸੰਗਤ ਹੁੰਦੀ ਹੈ, ਇੱਥੇ ਤਾਂ ਤੁਹਾਡਾ ਪਿੰਡ ਵਾਲਾ ਹੀ ਕੰਮ ਹੈ। ਸ਼ਹਿਰਾਂ ਦੀ ਸੰਗਤ ਵੀ ਥੋੜ੍ਹਾ ਜਿਹਾ ਪ੍ਰਬੰਧਕਾਂ ਨੂੰ ਫਾਰਮੈਲਿਟੀ ਆ ਜਾਂਦੀ ਹੈ। ਜਿਉਂ ਸਿਰੋਂ ਪਾਓ ਦੇਣ ਲੱਗੇ ਜੀ, ਇਹਨੇ ਜੀ ਆਹ ਕੁਝ ਕੀਤਾ, ਇਹਨੇ ਸਾਨੂੰ ਇੰਨੇ ਪੈਸੇ ਦਿੱਤੇ ਜੀ, ਫਲਾਣਾ ਕੀਤਾ। 2 ਘੰਟੇ 'ਚ ਸਿਰੋਂ ਪਾਓ ਹੀ ਨਹੀਂ ਮੁੱਕੇ। ਅੱਜ ਕੇ ਆਖੋ ਸਤਿਨਾਮ। ਮੈਂ ਤਾਂ ਉਹਨਾਂ ਨੂੰ ਬੇਨਤੀ ਕੀਤੀ ਵੀ 2 ਘੰਟਾ ਆਏ ਨੂੰ ਹੋ ਗਿਆ, ਮੈਨੂੰ ਮੇਰਾ ਟਾਈਮ ਸਮਾਪਤ ਹੋ ਗਿਆ, 1.5 ਘੰਟਾ ਮੈਂ ਕੀਰਤਨ ਕਰਨਾ ਤਾਂ। ਕਹਿੰਦੇ ਮਹਾਰਾਜ ਤੁਹਾਡਾ ਟਾਈਮ ਤਾਂ ਕੀਰਤਨ ਦਾ ਹੈ, ਸਿਰੋਂ ਪਾਉਣ ਦਾ ਨਹੀਂ ਹੈ। ਉਹਨਾਂ ਦਾ ਬਚਨ ਮੰਨ ਕੇ ਫਿਰ ਤੁਹਾਤੋਂ ਥੋੜ੍ਹਾ ਜਿਹਾ ਲੇਟ ਹੋਣਾ ਪਿਆ। ਕੋਈ ਨਹੀਂ, ਕੱਲ੍ਹ ਨੂੰ ਮਹਾਰਾਜ ਕਿਰਪਾ ਕਰਨ, ਤੁਸੀਂ ਵੀ ਸਾਜਰੇ ਆ ਜਾਇਓ, ਮੈਂ ਵੀ ਬਹੁਤ ਸਾਜਰੇ ਆਊਂਗਾ। ਕੱਲ੍ਹ ਨੂੰ ਸਿੰਘ ਸਾਹਿਬਾਂ ਨੇ ਆਉਣਾ, ਦਰਸ਼ਨ ਮੇਲੇ ਕਰਾਂਗੇ ਆਪਾਂ। ਅੱਜ ਵੀ ਵੈਸੇ ਟਾਈਮ ਤਾਂ 1.25 ਘੰਟਾ ਤਾਂ ਹੋਏ ਗਿਆ, 15 ਮਿੰਟ ਰਹਿਣੇ। ਇਹ 15 ਮਿੰਟ ਤੁਹਾਡੇ ਕੱਲ੍ਹ ਨੂੰ 25 ਮਿੰਟ ਕਰ ਦੇਂਗੇ। ਅੱਜ ਕੇ ਆਖੋ ਸਤਿਨਾਮ। ਆਧਾਰ ਨਹੀਂ ਰੱਖਣਾ, ਮਹਾਰਾਜ ਕਿਰਪਾ ਕਰਨਗੇ। ਪਿਛਲਾ ਦੁਆ ਨੇ ਸਾਜਰੇ ਆਉਣ ਦੀ ਕਿਰਪਾਲਤਾ ਕਰਿਓ। ਕੱਲ੍ਹ ਨੂੰ ਆਪਾਂ ਨੇ ਉਹ ਚੀਜ਼ ਇੱਥੋਂ ਲੈ ਕੇ ਜਾਣੀ ਹੈ ਜਿਹੜੀ 300 ਸਾਲਾ ਗੁਰਗੱਦੀ ਵਿੱਚੋਂ ਆਪਾਂ ਨੂੰ ਪ੍ਰਾਪਤ ਹੋਣੀ ਹੈ। ਉਹ ਚੀਜ਼ ਆਪਾਂ ਗੁਰੂ ਤੋਂ ਲਵਾਂਗੇ। ਬਹੁਤ ਧੰਨਵਾਦ ਤੁਹਾਡਾ। ਆਓ ਸਾਰੀ ਸੰਗਤ ਭੋਗ ਦਾ ਸ਼ਲੋਕ ਪੜ੍ਹੀਏ। ਅਰਦਾਸ ਹੁਕਮਨਾਮਾ ਗੁਰੂ ਕੇ ਲੰਗਰ ਅਟੁੱਟ ਵਰਤਦੇ ਨੇ। ਬਹੁਤ ਮਰਜ਼ਾਦਾ ਵਿੱਚ ਸੰਗਤ ਤੁਹਾਡੀ, ਸੰਜਮ ਵਿੱਚ ਬਹੁਤ ਪਿਆਰ ਸਤਿਕਾਰ ਦੇ ਨਾਲ ਸੇਵਾ ਚੱਲ ਰਹੀ ਹੈ। ਲਾਹੇ ਲਈਏ। ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਗਾਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ। ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ